हाँ जी। इस सैशन 'ਚ ਆਪਾਂ ਕਰਾਂਗੇ ਕੀ ਕਰਾਂਗੇ। हाँ जी 101 ਅਮੈਰੀਕਨ ਇੰਗਲਿਸ਼ ਈਡੀਅਮਸ। ਇਹ ਉਹਨਾਂ ਬੱਚਿਆਂ ਲਈ ਹੈ ਕਿ ਜਿਹੜੇ ਬੱਚੇ ਆਪਣਾ ਮਤਲਬ ਆਇਲਸ ਦਾ ਪੇਪਰ ਪ੍ਰਿਪੇਅਰ ਕਰ ਰਹੇ ਨੇ, ਜਾਂ ਫਿਰ ਉਹ ਸਟੂਡੈਂਟਸ ਜਿਹੜੇ ਕਿ ਮਤਲਬ ਪਰਟੀਕੂਲਰਲੀ ਆਪਣੀ ਇੰਗਲਿਸ਼ 'ਚ ਵਾਧਾ ਕਰਨਾ ਚਾਹੁੰਦੇ ਨੇ। ਲਾਈਕ ਦੇ ਵਾਂਟ ਟੂ ਮੇਕ ਇੰਫੈਟਿਕ ਸਟੇਟਮੈਂਟਸ, ਆਪਣੀਆਂ ਸਟੇਟਮੈਂਟਸ 'ਚ ਮਤਲਬ ਇੱਕ ਕੁਆਲਿਟੀ ਸਟੇਟਮੈਂਟਸ ਬੋਲਣੀਆਂ ਚਾਹੁੰਦੇ ਨੇ, ਜਿਹਨੂੰ ਕਹਿ ਦਿੰਦੇ ਆਪਾਂ ਕਿ ਜਿਨ੍ਹਾਂ ਦਾ ਮੀਨਿੰਗ ਇੱਕ ਮੈਟਾਫੋਰੀਕਲ ਮੀਨਿੰਗ ਬਣਦਾ, ਉੱਦਾਂ ਦੀਆਂ ਬੋਲਣਾ ਚਾਹੁੰਦੇ ਨੇ। ਇਹ ਆਪਣੇ ਕੋਲ ਹੈਗੀ ਹੈ, ਇਹ ਰਿਟਨ ਕੀਤੀ ਹੈ ਆਪਣੀ ਹੈਰੀ ਕੋਲਿਸ ਨੇ। ਹੈਰੀ ਕੋਲਿਸ ਦੀ ਲਿਖੀ ਹੋਈ ਕਿਤਾਬ ਹੈ। ਦੈਨ ਇਹਦੇ ਵਿੱਚ ਜਿੰਨੀਆਂ ਵੀ ਇਲਾਸਟ੍ਰੇਸ਼ਨਸ ਹੈ ਜਾਂ ਐਗਜ਼ਾਮਪਲਸ ਹੈ, ਉਹ ਕਿਹਦੀਆਂ ਦਿੱਤੀਆਂ ਵਾ ਹੈ, ਉਹ ਮਾਰੀਓ ਰੀਸੋ ਨਾਮ ਦੇ ਬੰਦੇ ਨੇ ਇਹਦੀਆਂ ਐਗਜ਼ਾਮਪਲਸ ਦਿੱਤੀਆਂ ਨੇ। ਪਿਕਚਰਾਈਜੇਸ਼ਨ ਕੀਤੀ ਵੀ ਹੈ ਤਾਂ ਕਿ ਤੁਹਾਨੂੰ ਹਰ ਇੱਕ ਜਿਹੜਾ ਈਡੀਅਮ ਹੈ ਉਹ ਬੜੇ ਆਸਾਨੀ ਦੇ ਨਾਲ ਸਮਝ ਆ ਸਕੇ। ਆਪਾਂ ਜ਼ਿਆਦਾ ਇਸ ਚੀਜ਼ 'ਤੇ ਟਾਈਮ ਵੇਸਟ ਨਹੀਂ ਕਰਨਾ। ਅਤੇ ਹੁਣ ਤੁਹਾਨੂੰ ਮੈਂ ਜਿਹੜੀ ਮੇਨ ਚੀਜ਼ ਸਮਝਾਉਣੀ ਹੈ ਜਸਪ੍ਰੀਤ ਜੀ, ਉਹ ਇਹ ਹੈ ਕਿ ਇਹਦੇ ਵਿੱਚ ਜਿਹੜਾ ਕੰਟੈਂਟ ਹੈ ਉਹ ਕਿਵੇਂ ਦਿੱਤਾ ਵਾ ਬੁੱਕ ਦੇ ਵਿੱਚ, ਤੁਸੀਂ ਕਿੱਦਾਂ ਪੜ੍ਹ ਸਕਦੇ ਹੋ ਔਰ ਕਿਵੇਂ ਆਪਣੀ ਜਿਹੜੀ ਸਪੀਕਿੰਗ ਦੇ ਟੈਸਟ ਲਈ ਇਹਦੇ ਵਿੱਚੋਂ ਬੈਸਟ ਪ੍ਰਿਪੇਅਰ ਕਰ ਸਕਦੇ ਹੋ। ਮੇਨ ਥਿੰਗ ਇਜ਼ ਮਤਲਬ ਜਿਹੜਾ ਆਪਣਾ ਸਪੀਕਿੰਗ ਦਾ ਟੈਸਟ ਹੁੰਦਾ, ਉਹਦੇ ਵਿੱਚ ਜਿਹੜਾ ਥਰਡ ਪਾਰਟ ਹੁੰਦਾ ਪਰਟੀਕੂਲਰਲੀ ਸੈਕਿੰਡ ਅਤੇ ਥਰਡ ਪਾਰਟ ਹੁੰਦਾ, ਅਤੇ ਉਹਦੇ ਵਿੱਚ ਸਾਨੂੰ ਮਤਲਬ ਮੈਕਸੀਮਮ ਚਾਂਸ ਹੁੰਦਾ ਕਿ ਆਪਾਂ ਇਹਨਾਂ ਦੀ ਵਰਤੋਂ ਕਰ ਸਕੀਏ। ਮਤਲਬ ਕਹਿਣ ਦਾ ਭਾਵ ਕਰ ਤਾਂ ਆਪਾਂ ਪਹਿਲੇ ਵਾਲੇ 'ਚ ਵੀ ਸਕਦੇ ਹਾਂ, ਬਟ ਦਾ ਪ੍ਰੋਬਲਮ ਇਜ਼ ਕਿ ਸਾਡੇ ਕੋਲ ਇੰਨਾ ਸਮਾਂ ਹੀ ਨਹੀਂ ਹੁੰਦਾ ਕਿ ਪਹਿਲੇ ਵਾਲੇ ਦੇ ਵਿੱਚ ਆਪਾਂ 2 ਤੋਂ 3 ਸਟੇਟਮੈਂਟਸ ਬੋਲਣੀਆਂ ਹੁੰਦੀਆਂ। ਇਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ ਕਿ ਇਹਨਾਂ ਵਿੱਚੋਂ ਜਿਹੜੀਆਂ ਮੇਨ ਇੰਪੋਰਟੈਂਟ ਵਨ ਨੇ ਉਹਨਾਂ ਨੂੰ ਤੁਸੀਂ ਆਪਣੀ ਜਿਹੜੀ ਸਪੀਕਿੰਗ ਟੈਸਟ ਯੂਜ਼ ਕਰ ਸਕਦੇ ਹੋ। ਪਰ ਮੈਂ ਇਹਦੇ ਵਿੱਚ ਤੁਹਾਨੂੰ ਹਰ ਇੱਕ ਜਿਹੜੀ ਈਡੀਅਮ ਹੈ ਉਹਨੂੰ ਕਿਵੇਂ ਸੈਂਟੈਂਸ 'ਚ ਵਰਤਣਾ ਵਿਦ ਮਤਲਬ ਪਰਟੀਕੂਲਰ ਪੈਰਾਗ੍ਰਾਫ ਤੁਹਾਨੂੰ ਸਮਝਾ ਦੇਣਾ, ਤਾਂ ਕਿ ਤੁਹਾਨੂੰ ਕਲੀਅਰ ਹੋ ਜਾਵੇ ਕਿ ਉਹਨੇ ਬੰਦੇ ਨੇ ਸੈਂਟੈਂਸ 'ਚ ਕਿਵੇਂ ਯੂਜ਼ ਕੀਤੀ ਜਾਂ ਪੈਰਾਗ੍ਰਾਫ 'ਚ ਕਿਵੇਂ ਯੂਜ਼ ਕੀਤੀ ਹੈ। ਕੋਈ ਵੀ ਮਤਲਬ ਜਿਹੜੀ ਈਡੀਅਮ ਹੈ ਜਿਹਨੂੰ ਆਪਾਂ ਮਤਲਬ ਆਪਣੇ ਸੈਂਟੈਂਸਿਸ 'ਚ ਵਰਤਦੇ ਹਾਂ, ਤਾਂ ਕਿ ਸਾਡੀ ਜਿਹੜੀ ਸਟੇਟਮੈਂਟ ਹੈ ਜਾਂ ਸਾਡੀ ਜਿਹੜੀ ਬਾਣੀ ਹੈ, ਸਾਡਾ ਬੋਲਣ ਦਾ ਢੰਗ ਹੈ ਜਿਹੜਾ, ਉਹ ਬਹੁਤ ਵਧੀਆ ਹੋ ਜਾਵੇ। ਲਾਈਕ ਟੂ ਕ੍ਰੀਏਟ ਐਨ ਇੰਪੈਕਟ ਔਨ ਅਦਰ ਦੈਟ ਵੀ ਹੈਵ ਟੂ ਐਕਚੁਅਲੀ ਯੂਜ਼ ਸਮ ਸੋਰਟ ਆਫ ਈਡੀਓਮੈਟਿਕ ਐਕਸਪ੍ਰੈਸ਼ਨਸ। ਉਹਦੇ ਵਿੱਚ ਥੋੜ੍ਹੀਆਂ ਜਿਹੀਆਂ ਤੁਹਾਨੂੰ ਮੈਂ ਪਹਿਲਾਂ ਦੱਸ ਦਿੱਤੀਆਂ ਸੀਗੀਆਂ ਲਾਈਵ ਸੈਸ਼ਨ ਦੇ ਵਿੱਚ, ਅਤੇ ਜਿਹੜਾ ਤੁਹਾਡੇ ਨਾਲ ਮੇਰਾ ਕਲਾਸ ਦਾ ਹੋਇਆ ਸੀ। ਪਰ ਇਹਦੇ ਵਿੱਚ ਆਪਾਂ ਹੁਣ ਕੀ ਕਰਾਂਗੇ ਕਿ 1 ਬਾਏ 1 ਪਹਿਲਾਂ ਉਹਨੂੰ ਸਮਝਾਂਗੇ ਕਿ ਕੰਟੈਂਟ ਬੁੱਕ 'ਚ ਕਿਵੇਂ ਦਿੱਤਾ ਵਾ। ਜਿਹੜਾ ਬੁੱਕ ਦਾ ਕੰਟੈਂਟ ਤੁਹਾਨੂੰ ਸਮਝਾ ਕੇ ਮੈਂ ਇਹਦਾ ਡਿਸਕ੍ਰਿਪਸ਼ਨ 'ਚ ਆਪਣੇ ਵੀਡੀਓ ਦੇ ਵਿੱਚ ਵੀ ਮੈਂ ਲਿੰਕ ਪਾਊਂਗਾ। ਤੁਸੀਂ ਜੇ ਲੈਣੀ ਹੋਈ ਤਾਂ ਉੱਥੋਂ ਬੁੱਕ ਤੁਸੀਂ ਚੱਕ ਸਕਦੇ ਹੋ। ਦੈਟ ਮੀਨਸ ਟੂ ਇੰਪਰੂਵ ਯੋਰ ਸੈਲਫ, ਤੁਸੀਂ ਉੱਥੋਂ ਮਤਲਬ ਚੱਕ ਕੇ ਪੜ੍ਹ ਸਕਦੇ ਹੋ। ਕਹਿਣ ਦਾ ਭਾਵ ਸਿੱਧਾ ਮਤਲਬ ਉਹ ਲਿੰਕ ਤੋਂ, ਠੀਕ ਹੈ ਜੀ। ਅਤੇ ਹੁਣ ਆਪਾਂ ਸਿੱਧੀ ਗੱਲ 'ਤੇ ਆਉਂਦੇ ਹਾਂ ਕਿ ਹੈ ਕਿਆ ਇਹਦੇ ਵਿੱਚ। ਮਤਲਬ ਇਹਦੇ ਵਿੱਚ ਸੈਕਸ਼ਨਸ 'ਚ ਡਿਵਾਈਡ ਹੈ ਨੀਅਰ ਅਬਾਊਟ 7 ਅਤੇ 8 ਜਿੰਨੇ ਵੀ ਸੈਕਸ਼ਨ ਹੋਣਗੇ, ਦੇਖ ਲਓ ਕਿੰਨੇ ਹੈ ਟੋਟਲ। 9 ਸੈਕਸ਼ਨ ਹੈ ਜੀ, ਸੈਕਸ਼ਨ 9 ਨੇ। ਔਰ ਸੈਕਸ਼ਨ 9 ਵੀ ਕਿਵੇਂ ਡਿਵਾਈਡ ਹੋਏ ਨੇ ਕਿ ਮਤਲਬ ਜੇ ਆਪਾਂ ਕਹਿ ਦਈਏ ਇਟਸ ਅ ਜ਼ੂ ਔਰ ਜ਼ੂ ਆਊਟ ਦੇਅਰ, ਅਤੇ ਮਤਲਬ ਉੱਥੇ ਚਿੜੀਆ ਘਰ ਦੇ ਬਾਰੇ ਆਪਾਂ ਗੱਲ ਕਰ ਦਿੱਤੀ। ਮਤਲਬ ਜਿੰਨੇ ਵੀ ਈਡੀਅਮਸ ਹੋਣਗੇ ਉਹ ਜਾਨਵਰਾਂ ਬਾਰੇ ਹੋਣਗੇ, ਜਾਨਵਰਾਂ ਨਾਲ ਰਿਲੇਟਿਡ ਹੋਣਗੇ। ਉਹਨਾਂ ਨੂੰ ਆਪਾਂ ਆਪਣੇ ਆਮ ਤੌਰ ਨਾਲ ਕਿਵੇਂ ਯੂਜ਼ ਕਰ ਸਕਦੇ ਹਾਂ ਜ਼ਿੰਦਗੀ ਦੇ ਵਿੱਚ, ਉਹਦੇ ਬਾਰੇ ਇਹਦੇ ਵਿੱਚ ਦਿੱਤਾ ਹੋਏਗਾ। ਦੈਨ ਉਸ ਤੋਂ ਬਾਅਦ ਸਾਡੇ ਕੋਲ ਆ ਗਿਆ ਦਾ ਬੋਡੀ ਹੈਜ਼ ਮੈਨੀ ਯੂਜ਼ਸ, ਮਤਲਬ ਬੋਡੀ ਪਾਰਟਸ ਨੂੰ ਆਪਾਂ ਯੂਜ਼ ਕਰਕੇ ਕਿਵੇਂ ਇੱਕ ਈਡੀਅਮਸ ਜਿਹੜੇ ਬਣਾਉਂਦੇ ਹੈ ਤਾਂ ਉਹਨਾਂ ਨੂੰ ਕਿਵੇਂ ਆਪਣੀ ਲੈਂਗੁਏਜ ਦੇ ਵਿੱਚ ਯੂਜ਼ ਕਰ ਸਕਦੇ ਹੈ, ਉਹ ਇਹ 'ਚ ਦਿੱਤਾ ਹੋਏਗਾ। ਤੀਸਰੇ ਦੇ ਵਿੱਚ ਦੈਟਸ ਨਾਟ ਨਾਈਸ, ਮਤਲਬ ਜਿਹੜੀ ਚੀਜ਼ ਵਧੀਆ ਨਾ ਹੋਵੇ ਜਾਂ ਚੰਗੀ ਨਾ ਲੱਗੇ, ਉਹ ਕਿਵੇਂ ਦੇ ਉਹਦੇ ਨਾਲ ਰਿਲੇਟਡ ਚੀਜ਼ਾਂ ਮਤਲਬ ਹੋਣਗੀਆਂ ਇਹਦੇ ਵਿੱਚ। ਅਤੇ ਫਿਰ ਉਸ ਤੋਂ ਬਾਅਦ ਜਿਹੜੇ ਇੱਦਾਂ ਹੀ ਸੈਕਸ਼ਨ ਜਿਹੜੇ ਬਾਕੀ ਵੀ ਡਿਵਾਈਡ ਕੀਤੇ ਗਏ ਤਰ੍ਹਾਂ ਦੀ ਥੀਮ ਦੇ ਅਕੋਰਡਿੰਗ ਉਹਨਾਂ ਨੂੰ ਡਿਵਾਈਡ ਕੀਤਾ ਇਹਨਾਂ ਨੇ। ਕਹਿਣ ਦਾ ਭਾਵ ਜਦੋਂ ਆਪਾਂ ਗੱਲ ਕਰਦੇ ਹਾਂ ਪੀਪਲ ਡੂ ਦ ਸਟ੍ਰੇਂਜੈਸਟ ਥਿੰਗਸ, ਜਦੋਂ ਆਪਾਂ ਇਹਦੀ ਗੱਲ ਕਰਦੇ ਹਾਂ ਪੀਪਲ ਡੂ ਦ ਸਟ੍ਰੇਂਜੈਸਟ ਥਿੰਗ, ਮਤਲਬ ਅਜੀਬੋ ਗਰੀਬ ਚੀਜ਼ਾਂ। ਔਨ ਆਈਸ, ਸ਼ੂਟ ਦਾ ਬਰੀਜ਼, ਮਤਲਬ ਪੋਸੀਬਲ ਨਹੀਂ ਹੈ ਚੀਜ਼ਾਂ। ਸਟ੍ਰੇਂਜੈਸਟ ਚੀਜ਼ਾਂ ਹੋ ਗਈਆਂ, ਫਿਰ ਇਹ ਅਜੀਬ ਹੋ ਗਈਆਂ। ਸਭ ਨਾਲੋਂ ਅਜੀਬ ਜਿਹੜੀਆਂ ਚੀਜ਼ਾਂ, ਹੁਣ ਬਾਈਟ ਦਾ ਡਸਟ ਨੂੰ ਕੋਈ ਬਾਈਟ ਨਹੀਂ ਕਰ ਸਕਦਾ, ਪਰ ਫਿਰ ਵੀ ਇਹਨੂੰ ਆਪਾਂ ਯੂਜ਼ ਕਰਦੇ ਹਾਂ ਸੈਂਟੈਂਸ ਦੇ ਵਿੱਚ। ਇਹਨਾਂ ਦੇ ਜਿਹੜੇ ਮੀਨਿੰਗ ਹੈ ਉਹ ਆਪਣੇ ਸੈਂਟੈਂਸ ਦੇ ਵਿੱਚ ਆਪਾਂ ਕਿਵੇਂ ਲਾਉਂਦੇ ਹਾਂ ਉਹ ਸਾਰਾ ਦਿੱਤਾ। ਕਲੋਥਸ ਮੇਕ ਦਾ ਮੈਨ ਐਂਡ ਦਾ ਵੂਮਨ। ਹੁਣ ਕਲੋਥਸ ਮੇਕ ਦਾ ਮੈਨ ਐਂਡ ਦਾ ਵੂਮਨ ਦਾ ਕਹਿਣ ਦਾ ਭਾਵ ਇੱਥੇ ਕੀ ਹੋ ਗਿਆ ਕਿ ਆਪਾਂ
ਕਲੋਥਸ ਨੂੰ ਕਿਵੇਂ ਯੂਜ਼ ਕਰ ਸਕਦੇ ਹਾਂ ਆਪਣੇ ਲੈਂਗੁਏਜ ਦੇ ਵਿੱਚ, ਕਲੋਜ਼ ਨਾਲ ਰਿਲੇਟਡ ਜਿੰਨੇ ਵੀ ਈਡੀਅਮਸ ਹੋਣਗੇ ਉਹਨਾਂ ਨੂੰ ਕਿਵੇਂ ਯੂਜ਼ ਕਰ ਸਕਦੇ ਹਾਂ ਆਪਣੀ ਲੈਂਗੁਏਜ ਦੇ ਵਿੱਚ। ਫਿਰ ਇੱਦਾਂ ਹੀ 6th ਸੈਕਸ਼ਨ, 7th ਸੈਕਸ਼ਨ, 8th ਸੈਕਸ਼ਨ, ਮਤਲਬ ਜੋ ਉਹਦਾ ਟਾਈਟਲ ਹੈ ਉਹਦੇ ਅਕੋਰਡਿੰਗ ਉਹਨੂੰ ਡਿਵਾਈਡ ਕੀਤਾ ਗਿਆ ਹੈ। ਠੀਕ ਹੈ ਜੀ। ਅਤੇ ਬਿਨਾਂ ਵੇਸਟੇਜ ਆਫ ਟਾਈਮ ਆਪਾਂ ਕਿਆ ਕਰਨਾ, ਆਪਾਂ ਸਿੱਧਾ ਹੀ ਆਪਾਂ ਉੱਤੇ ਕੰਮ 'ਤੇ ਆਉਂਦੇ ਹਾਂ ਕਿ ਆਪਾਂ ਜਿਹੜੇ ਈਡੀਅਮਸ ਹੈ ਲਾਈਕ ਵਿਚ ਯੂ ਕੈਨ ਯੂਜ਼ ਇਨ ਯੋਰ ਸਪੀਕਿੰਗ ਪਾਰਟ 2 and 3, ਮੈਂ ਉਹ ਤੁਹਾਨੂੰ ਦੱਸ ਦਿੰਦਾ। ਜਿਹੜੇ ਮੇਨ ਜਿਹੜੇ ਇੰਪੋਰਟੈਂਟ ਨੇ ਉਹਨਾਂ ਦੀ ਗੱਲ ਕਰ ਦਿੰਦੇ। ਠੀਕ ਹੈ ਜੀ। ਅਤੇ ਦੇਖੋ 101 ਅਮੈਰੀਕਨ ਇੰਗਲਿਸ਼ ਈਡੀਅਮਸ ਨੇ। ਦੀਜ਼ ਆਰ ਡਿਜ਼ਾਈਨ ਟੂ ਹੈਲਪ ਬ੍ਰਿਜ ਦ ਗੈਪ ਬਿਟਵੀਨ ਮੀਨਿੰਗ ਐਂਡ ਦਾ ਥਰਸਟ। ਥਰਸਟ ਹੁੰਦਾ ਮਤਲਬ, ਥਰਸਟ ਕਿਆ ਹੁੰਦਾ, ਜਿਹੜਾ ਪੁਸ਼। ਠੀਕ ਹੈ ਜੀ। ਮੀਨਿੰਗ ਐਂਡ ਦਾ ਥਰਸਟ ਆਫ ਅਮੈਰੀਕਨ ਕੋਲੀਕੁਅਲਿਜ਼ਮ। ਕੋਲੀਕੁਅਲਿਜ਼ਮ ਦਾ ਮਤਲਬ ਇਹ ਹੋ ਗਿਆ ਕਿ ਜਿਹੜੀ ਚੀਜ਼ ਕੋਲੀਕੁਅਲ ਲੱਗੇ, ਜਿਹੜੀ ਅਡੈਪਟੇਬਲ ਲੱਗੇ, ਲੈਂਗੁਏਜ ਦੇ ਅਕੋਰਡਿੰਗ ਸੂਟੇਬਲ ਲੱਗੇ। ਕੋਲੀਕੁਅਲ, ਅਮੈਰੀਕਨ ਕੋਲੀਕੁਅਲਿਜ਼ਮ ਬਾਏ ਪ੍ਰੋਵਾਈਡਿੰਗ ਅ ਸਿਚੁਏਸ਼ਨ, ਕਿ ਕਿਵੇਂ ਆਪਾਂ ਸਿਚੁਏਸ਼ਨ ਦੇ ਵਿੱਚ ਉਹਨੂੰ ਅਡੈਪਟ ਕਰਦੇ ਹਾਂ। ਅਤੇ ਗ੍ਰੈਫਿਕ ਇਲਸਟ੍ਰੇਸ਼ਨ ਉਹਦੀ ਦਿੱਤੀ ਵੀ ਹੈ, ਮਤਲਬ ਇੱਕ ਪਿਕਚਰ ਵਗੈਰਾ ਦਿੱਤੀ ਹੋਏਗੀ ਅਤੇ ਤੁਸੀਂ ਉਹਨੂੰ ਸਮਝ ਸਕਦੇ ਹੋ ਬੜੇ ਆਰਾਮ ਦੇ ਨਾਲ, ਬੜੇ ਆਸਾਨੀ ਦੇ ਨਾਲ ਉਹਨੂੰ ਸਮਝ ਸਕਦੇ ਹੋ। ਠੀਕ ਹੈ। ਅਤੇ ਪਹਿਲਾ ਸੈਕਸ਼ਨ ਆ ਗਿਆ ਜਿਹੜਾ, ਉਹਦੇ ਵਿੱਚ ਕੀ ਹੈ, ਇਟਸ ਅ ਜ਼ੂ ਆਊਟ ਦੇਅਰ, ਮਤਲਬ ਚਿੜੀਆ ਘਰ, ਉਹਦੇ ਵਿੱਚ ਜਾਨਵਰ ਹੋਣਗੇ। ਸਭ ਨੂੰ ਪਹਿਲਾਂ ਸਾਡਾ ਆ ਗਿਆ ਸਮੈਲ ਅ ਰੈਟ। ਸਮੈਲ ਅ ਰੈਟ ਆਪਾਂ ਪਹਿਲਾਂ ਕੀਤਾ ਵਾ ਵੀ ਹੈ। ਸਮੈਲ ਅ ਰੈਟ, ਸਮੈਲ ਅ ਰੈਟ ਦੇ ਵਿੱਚ ਕੀ ਹੈ, ਹੁਣ ਇਹ ਸਾਡੇ ਕੋਲ ਬਾਵਰਚੀ ਖੜ੍ਹਿਆ ਅਤੇ ਇੱਥੇ ਕੌਣ ਹੈ, ਇੱਕ ਚੂਹਾ ਹੈ। ਜੇ ਉਹਦੀ ਡਿਸ਼ ਦੇ ਵਿੱਚ ਚੂਹਾ ਪੈ ਗਿਆ, ਦੈਟ ਮੀਨਸ ਉਹਦੀ ਡਿਸ਼ ਦੇ ਵਿੱਚ ਕਿਆ ਆ ਜਾਊਗਾ, ਪ੍ਰੋਬਲਮ ਆ ਜਾਏਗੀ, ਉਹ ਵਧੀਆ ਨਹੀਂ ਰਹੇਗੀ, ਹੈ ਨਾ। ਐਵੇਂ ਹੀ ਜੇ ਸਾਨੂੰ ਇਫ ਵੀ ਸਮੈਲ ਅ ਰੈਟ ਸਮਵੇਅਰ, ਜਿਹੜੀ ਕਿ ਨੋਰਮਲ ਚੀਜ਼ ਚੱਲ ਰਹੀ ਹੈ ਸਾਡੀ, ਤਾਂ ਸਾਨੂੰ ਕਿਆ ਫੀਲ ਹੋ ਰਿਹਾ, ਫੀਲ ਦੈਟ ਸਮਥਿੰਗ ਇਜ਼ ਰੋਂਗ, ਕੁਛ ਨਾ ਕੁਛ ਗਲਤ ਹੋ ਰਿਹਾ ਹੈ, ਉੱਥੇ ਆਪਾਂ ਯੂਜ਼ ਕਰ ਸਕਦੇ ਹਾਂ ਸਮੈਲ ਅ ਰੈਟ। ਓਕੇ। ਸਮੈਲ ਅ ਰੈਟ ਦਾ ਮਤਲਬ ਫਿਰ ਕੀ ਹੋ ਗਿਆ, ਜਦੋਂ ਤੁਹਾਨੂੰ ਕੋਈ ਪ੍ਰੋਬਲਮ ਦਿਸਦੀ ਹੋਵੇ ਤੁਹਾਡੇ ਸਾਹਮਣੇ, ਮਤਲਬ ਤੁਹਾਨੂੰ ਇਹ ਨਜ਼ਰ ਆਉਂਦਾ ਹੋਵੇ ਕਿ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੈਗੀ ਹੈ, ਮਤਲਬ ਤੁਸੀਂ ਜੱਜ ਕਰ ਰਹੇ ਹੋ ਕਿਤੇ ਪ੍ਰੋਬਲਮ ਹੈ, ਉੱਥੇ ਤੁਸੀਂ ਯੂਜ਼ ਕਰ ਦਿੰਦੇ। ਲਾਈਕ ਇੱਥੇ ਦੇਖੋ ਕਿਵੇਂ ਯੂਜ਼ ਕੀਤਾ, ਹਾਊ ਕਮ ਦਾ ਫਰੰਟ ਡੋਰ ਇਜ਼ ਓਪਨ, ਕਹਿੰਦਾ ਪਹਿਲਾ ਮਤਲਬ ਜਿਹੜਾ ਮੂਹਰੇ ਵਾਲਾ ਡੋਰ ਹੈ ਉਹ ਓਪਨ ਕਿਉਂ ਹੈ। ਡੈਨ ਯੂ ਕਲੋਜ਼ ਇਟ ਬਿਫੋਰ ਵੀ ਵੈਂਟ ਸ਼ੋਪਿੰਗ, ਜਦੋਂ ਆਪਾਂ ਕਹਿੰਦਾ ਸ਼ੋਪਿੰਗ ਕਰਨ ਗਏ ਤੇ ਤਾਂ ਉਸ ਟਾਈਮ ਕਿਆ ਤੁਸੀਂ ਇਹਨੂੰ ਬੰਦ ਨਹੀਂ ਸੀ ਕੀਤਾ। ਆਈ ਐਮ ਸ਼ੋਰ ਆਈ ਡਿਡ, ਜਿਸ ਬੰਦੇ ਨੇ ਸੁਣਿਆ ਉਹਨੇ ਜਵਾਬ ਦਿੱਤਾ, ਕਹਿੰਦਾ ਨਹੀਂ ਮੈਂ ਕੀਤਾ ਸੀਗਾ। ਆਈ ਕਾਂਟ ਅੰਡਰਸਟੈਂਡ ਇਟ, ਕਹਿੰਦਾ ਕਿ ਮੈਨੂੰ ਸਮਝ ਨਹੀਂ ਆਇਆ ਕਿ ਕਿਆ ਹੋਇਆ। ਫਰੈਂਕਲੀ ਆਈ ਸਮੈਲ ਅ ਰੈਟ, ਕਹਿੰਦਾ ਮੈਨੂੰ ਇਹ ਲੱਗਦਾ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੈ। ਦੇਰ ਇਜ਼ ਸਮਥਿੰਗ ਰੋਂਗ, ਮਤਲਬ ਜੇ ਡੋਰ ਓਪਨ ਹੈ ਦੇਰ ਇਜ਼ ਸਮਥਿੰਗ ਰੋਂਗ। ਆਈ ਸਮੈਲ ਅ ਰੈਟ, ਕਹਿੰਦਾ ਫਰੈਂਕਲੀ ਆਈ ਸਮੈਲ ਅ ਰੈਟ। ਮੀ ਟੂ, ਕਹਿੰਦਾ ਮੈਂ ਆਪ, ਜਿਹੜਾ ਦੂਸਰੇ ਬੰਦੇ ਨੇ ਕੁਐਸਚਨ ਪੁੱਛਿਆ ਸੀ ਉਹ ਵੀ ਫਿਰ ਕਹਿੰਦਾ ਮੀ ਟੂ ਆਈ ਐਮ ਕਨਵਿੰਸਡ, ਕਹਿੰਦਾ ਮੈਂ ਅਗਰੀ ਕਰਦਾ ਤੇਰੇ ਨਾਲ ਦੈਟ ਸਮਥਿੰਗ ਇਜ਼ ਡੈਫੀਨੇਟਲੀ ਰੋਂਗ ਹੇਅਰ। ਮਤਲਬ ਇਹਨਾਂ ਨੇ ਇਹਦੇ ਵਿੱਚ ਮੀਨਿੰਗ ਨੂੰ ਵੀ ਕਲੀਅਰ ਕਰ ਦਿੱਤਾ। ਸਮੈਲ ਅ ਰੈਟ ਦਾ ਮਤਲਬ ਕਿਆ ਹੈ, ਕਹਿੰਦਾ ਮੈਂ ਤੇਰੇ ਨਾਲ ਸਹਿਮਤ ਹੈ ਕਿ ਦੇਰ ਇਜ਼ ਸਮਥਿੰਗ ਡੈਫੀਨੇਟਲੀ ਰੋਂਗ ਹੇਅਰ, ਕਿ ਜੇਕਰ ਕੁਛ ਗਲਤ ਹੋਵੇ, ਮਤਲਬ ਤੁਹਾਨੂੰ ਮਹਿਸੂਸ ਹੁੰਦਾ ਹੋਵੇ ਕਿ ਦੇਰ ਇਜ਼ ਸਮਥਿੰਗ ਰੋਂਗ, ਦੇਰ ਯੂ ਕੈਨ ਯੂਜ਼ ਦਿਸ ਵਨ ਦੈਟ ਹੂ ਸਮੈਲਟ ਦਾ ਰੈਟ ਇਨ ਦੈਟ ਸਿਚੁਏਸ਼ਨ, ਤੁਸੀਂ ਇਹ ਵੀ ਯੂਜ਼ ਕਰ ਸਕਦੇ ਹੋ। ਮਤਲਬ ਕਹਿਣ ਦਾ ਭਾਵ ਜਿਹਨੂੰ ਪ੍ਰੋਬਲਮ ਲੱਭਦੀ ਹੈ ਉਹ ਬੰਦਾ ਕਿਆ ਕਰਦਾ ਹੈ, ਹੀ ਸਮੈਲਸ ਦਾ ਰੈਟ। ਠੀਕ ਹੈ। ਰੈਟ ਦਾ ਮਤਲਬ ਇਹ ਹੋ ਗਿਆ ਕਿ ਬੰਦੇ ਨੂੰ ਮੇਨ ਪ੍ਰੋਬਲਮ ਸਮਝ ਆ ਗਈ ਕਿ ਕੋਈ ਨਾ ਕੋਈ ਪ੍ਰੋਬਲਮ ਹੈਗੀ ਹੈ, ਉਹਨੂੰ ਲੱਗਦਾ ਹੈ, ਉਹ ਗੈਸ ਕਰਦਾ ਹੈ ਕਿ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੈਗੀ ਹੈ। ਠੀਕ ਹੈ ਜੀ। ਅਤੇ ਉਹਨਾਂ ਨੇ ਕਿਹਾ ਕਿ ਵੀ ਵੁੱਡ ਬੈਟਰ ਕਾਲ ਦਾ ਪੁਲਿਸ। ਫਿਰ ਐਂਡ ਦੇ ਵਿੱਚ ਉਹਨੇ ਕਿਹਾ ਕਿ ਉਹਨਾਂ ਨੂੰ ਮਤਲਬ ਤੁਹਾਨੂੰ ਕਿਆ ਲੱਗਦਾ ਕਿ ਇਹਨਾਂ ਨੂੰ ਕਿਆ ਲੱਗਿਆ ਹੋਊਗਾ, ਇਹਨਾਂ ਬੰਦਿਆਂ ਨੂੰ ਕਿਆ ਲੱਗਿਆ ਹੋਊਗਾ ਕਿ ਕਿਆ ਚੀਜ਼ ਹੈ। ਬਿਲਕੁਲ ਬਿਲਕੁਲ ਬਿਲਕੁਲ। ਹਾਂ, ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਕੋਈ ਚੋਰ ਵੜ ਗਿਆ, ਚੋਰ ਵੜਨਾ ਵੀ ਇੱਕ ਪ੍ਰੋਬਲਮ ਹੋ ਗਈ ਨਾ, ਜਦੋਂ ਮਤਲਬ ਪ੍ਰੋਬਲਮ ਨੂੰ ਆਪਾਂ ਐਕਸਪ੍ਰੈਸ ਐਵੇਂ ਕਰਾਂਗੇ ਦੈਟ ਉਹ ਬੰਦੇ ਨੇ, ਜਿਹੜੇ ਪਹਿਲੇ ਬੰਦੇ ਨੇ ਜਵਾਬ ਦਿੱਤਾ ਉਹਨੂੰ, ਉਹਨੇ ਕਿਹਾ ਕਿ ਆਈ ਸਮੈਲ ਅ ਰੈਟ, ਉਹ ਲੈਂਗੁਏਜ ਬੋਲਣਾ, ਔਰ ਦੂਸਰੇ ਬੰਦੇ ਨੇ ਜਦੋਂ ਉਹਨੂੰ ਉਹਦੇ ਮੀਨਿੰਗ ਨੂੰ ਕਲੀਅਰ ਕੀਤਾ, ਉਹ ਇੱਕ ਨੋਰਮਲ ਲੈਂਗੁਏਜ ਹੋ ਗਈ। ਆਈ ਐਮ ਕਨਵਿੰਸ ਦੈਟ ਦੇਰ ਇਜ਼ ਸਮਥਿੰਗ ਰੋਂਗ, ਕਹਿੰਦਾ ਮੈਂ ਤੇਰੇ ਨਾਲ ਅਗਰੀ ਕਰਦਾ ਕਿ ਦੇਰ ਇਜ਼ ਸਮਥਿੰਗ ਰੋਂਗ। ਸਮਥਿੰਗ ਰੋਂਗ ਨੂੰ ਉਹਨੇ ਕਿਹਾ ਆਈ ਸਮੈਲ ਅ ਰੈਟ। ਠੀਕ ਹੈ। ਫਰੈਂਕਲੀ ਆਈ ਸਮੈਲ ਅ ਰੈਟ, ਕਹਿੰਦਾ ਮੈਨੂੰ ਇਹ ਲੱਗਦਾ ਕਿ ਕੋਈ ਨਾ ਕੋਈ ਪ੍ਰੋਬਲਮ ਹੈ ਵੱਡੀ। ਠੀਕ ਹੈ। ਵੀ ਵੁੱਡ ਬੈਟਰ ਕਾਲ ਦਾ ਪੁਲਿਸ, ਕਹਿੰਦਾ ਸਾਨੂੰ ਮਤਲਬ ਕਿਆ ਕਰਨਾ ਚਾਹੀਦਾ, ਪੁਲਿਸ ਨੂੰ ਕਾਲ ਕਰ ਦੇਣੀ ਚਾਹੀਦੀ ਹੈ। ਠੀਕ ਹੈ। ਅਤੇ ਦੂਸਰਾ ਆ ਗਿਆ ਗੋ ਟੂ ਦ ਡੋਗਸ। ਗੋ ਟੂ ਦ ਡੋਗਸ ਦਾ ਮਤਲਬ ਹੋ ਗਿਆ, ਗੋ ਟੂ
go to the dogs, go to the dogs, go to the dogs means become run down, ठीक है। ਗੋ ਟੂ ਦ ਡੌਗਸ ਦਾ ਮਤਲਬ ਕੀ ਹੋ ਗਿਆ, ਬਿਕਮ ਰਨ ਡਾਊਨ ਦਾ ਮਤਲਬ ਖਰਾਬ ਹੋਣਾ ਕਿਸੇ ਚੀਜ਼ ਦਾ, ਜੇ ਉਹਨੂੰ ਰਿਪੇਅਰ ਚਾਹੀਦੀ ਹੋਵੇ, ਜੇ ਮਤਲਬ ਕਹਿਣ ਦਾ ਭਾਵ ਜੇ ਕੋਈ ਚੀਜ਼ ਖਰਾਬ ਹੋ ਗਈ ਹੈ ਉਹ ਰਨ ਡਾਊਨ ਹੋ ਗਈ ਹੈ, ਮਤਲਬ ਕੋਈ ਚੀਜ਼ ਵਰਕ ਨਹੀਂ ਪ੍ਰੋਪਰ ਕਰ ਰਹੀ। ਜਦੋਂ ਕੋਈ ਚੀਜ਼ ਰਨ ਡਾਊਨ ਹੁੰਦੀ ਹੈ ਤਾਂ ਮਤਲਬ ਉਹ ਕੰਮ ਨਹੀਂ ਕਰਦੀ ਪ੍ਰੋਪਰਲੀ, ਠੀਕ ਹੈ। ਮਤਲਬ ਉੱਥੇ ਤੁਸੀਂ ਯੂਜ਼ ਕਰ ਸਕਦੇ ਹੋ। ਹੈਵ ਯੂ ਸੀਨ ਦੇਅਰ ਹਾਊਸ ਲੇਟਲੀ, ਕਹਿੰਦਾ ਤੁਸੀਂ ਉਹਨਾਂ ਦਾ ਘਰ ਦੇਖਿਆ ਹੁਣ, ਮਤਲਬ ਇਟਸ ਰੀਅਲੀ ਗੋਨ ਟੂ ਦ ਡੌਗਸ, ਇਟਸ ਰੀਅਲੀ ਗੋਨ ਟੂ ਦ ਡੌਗਸ ਮਤਲਬ ਹੁਣ ਉਹ ਕਿਹਦੇ ਕਾਬਲ ਹੋ ਗਿਆ, ਹੁਣ ਕਹਿਣ ਦਾ ਭਾਵ ਉਹ ਕੁੱਤਿਆਂ ਦੇ ਰਹਿਣ ਦੇ ਕਾਬਲ ਹੋ ਗਿਆ। ਹੁਣ ਮਤਲਬ ਕਹਿਣ ਦਾ ਭਾਵ ਉਹ ਬੰਦਿਆਂ ਦੇ ਰਹਿਣ ਦੇ ਕਾਬਲ ਨਹੀਂ ਹੈ, ਉਹਦੇ ਵਿੱਚ ਕਾफ़ੀ ਚੀਜ਼ਾਂ ਜਿਹੜੀਆਂ ਤਬਦੀਲ ਕਰਨ ਵਾਲੀਆਂ ਹੈ, ਰਿਪੇਅਰ ਕਰਨ ਵਾਲੀਆਂ ਹੈ। ਦੈਟ ਮੀਨਸ ਉਹ ਘਰ ਜਿਹੜਾ ਹੈ ਇਟਸ ਰੀਅਲੀ ਗੋਨ ਟੂ ਦ ਡੌਗਸ, ਮਤਲਬ ਉਹ ਕਾफ़ੀ ਜ਼ਿਆਦਾ, ਮਤਲਬ ਜਿੱਦਾਂ ਕੁੱਤਾ ਟਾਇਰਡ ਹੋ ਜਾਂਦਾ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਦੀ ਇੰਨੀ ਮਾਲੀ ਹਾਲਤ ਹੋ ਗਈ ਹੈ ਘਰ ਦੀ, ਉਹਨੂੰ ਰਿਪੇਅਰ ਦੀ ਲੋੜ ਹੈਗੀ ਹੈ। ਉਹ ਤਾਂ ਉਵੇਂ ਹੀ ਆਪਾਂ ਇੱਥੇ ਯੂਜ਼ ਕੀਤਾ, ਇਟਸ ਟਰੂ ਦੈਟ ਇਟ ਹੈਜ਼ ਬਿਕਮ ਰਨ ਡਾਊਨ ਐਂਡ ਇਨ ਸੀਰੀਅਸ ਨੀਡ ਆਫ ਰਿਪੇਅਰ, ਕਿ ਉਹ ਜ਼ਿਆਦਾ ਰਨ ਡਾਊਨ ਹੋ ਗਿਆ ਹੈ। ਰਨ ਡਾਊਨ ਦਾ ਮਤਲਬ ਸਮਝਦੇ ਹੋ ਕਿਆ ਹੋ ਗਿਆ ਹੁਣ, ਕਿ ਮਤਲਬ ਹਾਂ ਖਰਾਬ ਹੋ ਗਿਆ ਅਤੇ ਉਹਨੂੰ ਰਿਪੇਅਰ ਦੀ ਲੋੜ ਹੈ। ਇਟਸ ਨਾਟ ਫੰਕਸ਼ਨਿੰਗ ਪ੍ਰੋਪਰਲੀ, ਲਾਈਕ ਇਟਸ ਨਾਟ functioning properly, and for making it function properly what we need to do is like yeah we need some repair। that means ਤੁਸੀਂ ਕਿੱਥੇ ਯੂਜ਼ ਕਰੋਗੇ ਇਹਨੂੰ, go to the dogs, like my bicycle has gone to the dogs, I believe it really needs some repair, because whenever I'm just getting on the bicycle, like in your cue card also you can use that same, okay। I was actually going by the bicycle, in the way my bicycle went to the dog, or went to the dog means ਇਹ ਹੋ ਗਿਆ ਕਿ ਉਹ ਰਨ ਡਾਊਨ ਹੋ ਗਈ ਅਤੇ ਉਹ ਵਿੱਚੇ ਖਰਾਬ ਹੋ ਗਈ, ਅਤੇ then it needed the repair, so I just parked it somewhere and or took it, like I just started walking and hello, yeah, getting it or not, ਕਿ ਮਤਲਬ ਉਹ ਚੱਲਣ ਲੱਗ ਗਿਆ ਨਾਲ, ਤਾਂ ਫਿਰ ਉਹ ਕਿੱਥੇ ਪਹੁੰਚ ਗਿਆ, ਰਿਪੇਅਰ ਵਾਲੀ ਸਾਈਡ 'ਤੇ ਪਹੁੰਚ ਗਿਆ। ਕਹਿਣ ਦਾ ਭਾਵ ਉਹਦਾ ਇਹ ਹੋ ਗਿਆ ਕਿ ਆਪਾਂ ਉਹਨੂੰ ਕਿਵੇਂ ਯੂਜ਼ ਕਰ ਸਕਦੇ ਹਾਂ। ਅਤੇ ਠੀਕ ਹੈ, ਅਤੇ ਅਗਲਾ ਆ ਗਿਆ ਸਾਡੇ ਕੋਲ ਫਿਸ਼ੀ ਬਹੁਤ ਨਾਈਸ ਵਰਡ ਹੈ ਫਿਸ਼ੀ। ਲਾਈਕ ਤੁਸੀਂ ਇਹ ਕਿਵੇਂ ਯੂਜ਼ ਕਰ ਸਕਦੇ ਹੋ, ਜਦੋਂ ਹੁਣ ਤੁਸੀਂ ਇਹਦੇ ਵਿੱਚ ਕਿਆ ਦੇਖ ਰਹੇ ਹੋ, ਫਿਸ਼ੀ ਦੇ ਵਿੱਚ ਫਿਸ਼ ਨੂੰ ਵੀ ਇਹਨਾਂ ਨੇ ਕਿਆ ਪਾਇਆ ਵਾ, ਉਹ ਜਿਹੜੇ ਮਤਲਬ ਜਸੂਸ ਪਾਉਂਦੇ ਹੁੰਦੇ, ਉੱਦਾਂ ਦਾ ਕਰ ਦਿੱਤੀਆਂ ਉਹਦੀਆਂ ਅੱਖਾਂ, ਠੀਕ ਹੈ। ਕਹਿਣ ਦਾ ਭਾਵ ਜਦੋਂ ਤੁਸੀਂ ਕਿਸੇ ਚੀਜ਼ ਦੇ ਪ੍ਰਤੀ ਸਸਪੀਸ਼ੀਅਸ ਹੁੰਦੇ ਹੋ, ਡਾਊਟਫੁਲ ਹੁੰਦੇ ਹੋ, ਤਾਂ ਤੁਹਾਡੇ ਲਈ ਯੂਜ਼ ਕੀਤਾ ਜਾ ਸਕਦਾ ਉਸ ਚੀਜ਼ ਨੂੰ, ਠੀਕ ਹੈ। ਹੈਲੋ, ਸਸਪੀਸ਼ੀਅਸ ਹੈ ਨਾ, ਤਾਂ ਫਿਸ਼ੀ ਦਾ ਮਤਲਬ ਕਿਆ ਹੋ ਗਿਆ, ਜਦੋਂ ਤੁਸੀਂ ਸਸਪੀਸ਼ੀਅਸ ਫੀਲ ਕਰ ਰਹੇ ਹੋ, ਲਾਈਕ ਯੂ ਆਰ ਫੀਲਿੰਗ ਸਸਪੀਸ਼ੀਅਸ ਅਬਾਊਟ ਸਮਥਿੰਗ, ਉੱਥੇ ਤੁਸੀਂ ਯੂਜ਼ ਕਰ ਸਕਦੇ ਹੋ। ਸਟਰੇਂਜ ਐਂਡ ਸਸਪੀਸ਼ੀਅਸ, ਅਜੀਬੋ ਗਰੀਬ ਤੁਹਾਨੂੰ ਲੱਗ ਰਿਹਾ, ਤੁਹਾਨੂੰ ਬੜਾ ਅਜੀਬ ਲੱਗ ਰਿਹਾ, ਤਾਂ ਜਾਂ ਤੁਹਾਨੂੰ ਸਸਪੀਸ਼ੀਅਸ ਫੀਲ ਹੋ ਰਿਹਾ, ਠੀਕ ਹੈ, ਤਾਂ ਤੁਸੀਂ ਉੱਥੇ ਯੂਜ਼ ਕਰ ਸਕਦੇ ਹੋ ਫਿਸ਼ੀ, ਓਕੇ। ਦੈਨ ਹੁਣ ਇੱਥੇ ਕਿਆ ਦਿੱਤਾ ਵਾ ਉਹਨਾਂ ਨੇ ਐਕਸਪਲੇਨ ਕਿਵੇਂ ਕੀਤਾ ਵਾ ਉਹਨੂੰ, ਵੈਨ ਦਾ ਸਿਕਿਉਰਿਟੀ ਗਾਰਡ ਸੌ ਅ ਲਾਈਟ ਇਨ ਦਾ ਸਟੋਰ, ਜਦੋਂ ਕਿ ਕਹਿੰਦਾ ਸਿਕਿਉਰਿਟੀ ਗਾਰਡ ਨੇ ਕਿਆ ਦੇਖਿਆ ਅ ਲਾਈਟ ਇਨ ਦਾ ਸਟੋਰ ਆਫਟਰ ਕਲੋਜ਼ਿੰਗ ਆਰਸ, ਮਤਲਬ ਕਲੋਜ਼ਿੰਗ ਆਰਸ ਤੋਂ ਬਾਅਦ ਲਾਈਟ ਔਨ ਦੇਖੀ, ਇਟ ਸੀਮ ਟੂ ਹਿਮ ਦੈਟ ਦੇਰ ਇਜ਼ ਸਮਥਿੰਗ ਫਿਸ਼ੀ, ਕਿ ਮਤਲਬ ਉਹਨੂੰ ਕਿਆ ਹੋ ਗਿਆ, ਫਿਰ ਡਾਊਟ ਹੋ ਗਿਆ, ਹੀ ਵਾਜ਼ ਫੀਲਿੰਗ ਦੈਟ ਦੇਰ ਇਜ਼ ਸਮਥਿੰਗ ਫਿਸ਼ੀ ਗੋਇੰਗ ਔਨ, ਮਤਲਬ ਕੁਛ ਸਟਰੇਂਜ ਹੋ ਰਿਹਾ, ਜਾਂ ਅਜੀਬ ਹੋ ਰਿਹਾ, ਜਾਂ ਫਿਰ ਸਸਪੀਸ਼ੀਅਸ ਹੋ ਰਿਹਾ। ਸਸਪੀਸ਼ੀਅਸ ਦਾ ਮਤਲਬ ਜਦੋਂ ਤੁਹਾਨੂੰ ਕਿਸੇ ਚੀਜ਼ 'ਤੇ ਡਾਊਟ ਹੁੰਦਾ ਹੈ, ਠੀਕ ਹੈ, ਡਾਊਟਫੁਲ ਕੋਈ ਚੀਜ਼ ਹੋ ਰਹੀ ਹੈ। then he called the central office and explained to his superiors that he thought that something strange and suspicious was occurring, ਕੁਛ ਨਾ ਕੁਛ ਸਟਰੇਂਜ ਅਤੇ ਸਸਪੀਸ਼ੀਅਸ ਹੋ ਰਿਹਾ ਹੈ, ਅਤੇ ਉਹਨੇ ਇਹ ਦੱਸ ਦਿੱਤਾ ਉਹਨਾਂ ਨੂੰ। ਅਤੇ ਮਤਲਬ ਕਹਿਣ ਦਾ ਭਾਵ ਫਿਸ਼ੀ ਦਾ ਮਤਲਬ ਕਿਆ ਹੋ ਗਿਆ, ਸਟਰੇਂਜ ਅਤੇ ਸਸਪੀਸ਼ੀਅਸ। ਜਦੋਂ ਕੁਛ ਚੀਜ਼ ਸਟਰੇਂਜ ਅਤੇ ਸਸਪੀਸ਼ੀਅਸ ਲੱਗੇ, ਤੁਹਾਨੂੰ ਡਾਊਟਫੁਲ ਲੱਗੇ, ਤਾਂ ਤੁਸੀਂ ਉੱਥੇ ਯੂਜ਼ ਕਰ ਸਕਦੇ ਫਿਸ਼ੀ। I was feeling little bit fishy about his behavior because it was quite odd on his part, like he was favoring me,
ਤੁਹਾਨੂੰ ਐਂ ਲੱਗ ਰਿਹਾ ਸੀ ਕਿ ਕੋਈ ਬੰਦਾ ਤੁਹਾਡਾ ਫੇਵਰ ਅੱਗੇ ਕਰਦਾ ਨਹੀਂ ਹੈ, ਉਹ ਪਹਿਲੀ ਵਾਰੀ ਤੁਹਾਡਾ ਫੇਵਰ ਕਰਨ ਲੱਗਿਆ, ਦੈਨ ਤੁਹਾਨੂੰ ਲੱਗਿਆ ਕਿ ਦੇਰ ਇਜ਼ ਸਮਥਿੰਗ ਫਿਸ਼ੀ ਅਬਾਊਟ ਇਟ ਮਤਲਬ ਤੁਸੀਂ ਜਦੋਂ ਕੁਝ ਸਟਰੇਂਜ ਫੀਲ ਕਰਦੇ ਹੋ ਉੱਥੇ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਹੁਣ ਆ ਗਿਆ ਟੇਕ ਦਾ ਬੁੱਲ ਬਾਏ ਦਾ ਹੌਰਨਸ। ਹੁਣ ਤੁਸੀਂ ਇੱਥੇ ਬੰਦੇ ਨੇ ਬੁੱਲੇ ਚੱਕ ਦਿੱਤਾ, ਮਤਲਬ ਇਹ ਕੁੜੀ ਨੇ ਕਿਆ ਚੱਕਿਆ ਵਾ, ਬੁੱਲੇ ਚੱਕ ਦਿੱਤਾ, ਕਿੱਥੋਂ? ਸਿੰਘਾਂ ਤੋਂ। ਮਤਲਬ ਕਹਿਣ ਦਾ ਭਾਵ ਕਿਸੇ ਪ੍ਰੋਬਲਮ ਨੂੰ ਜੋ ਬੇਸਿਕ ਚੀਜ਼ ਇੱਥੇ ਨਿਕਲ ਕੇ ਆਉਂਦੀ ਹੈ, ਕਿਆ ਮਤਲਬ ਇਹਦਾ? ਟੇਕ ਦਾ ਬੁੱਲ ਬਾਏ ਦਾ ਹੌਰਨਸ। ਵੀ ਸ਼ੁੱਡ ਐਕਚੁਅਲੀ ਟੇਕ ਦਾ ਬੁੱਲ ਬਾਏ ਦਾ ਹੌਰਨਸ। ਠੀਕ ਹੈ। ਟੇਕ ਡਿਸੀਸਿਵ ਐਕਸ਼ਨ ਇਨ ਅ ਡਿਫੀਕਲਟ ਸਿਚੁਏਸ਼ਨ। ਜਦੋਂ ਪ੍ਰੋਬਲਮ ਬਹੁਤ ਵੱਡੀ ਹੋਵੇ, ਠੀਕ ਹੈ, ਜਦੋਂ ਇਸ਼ੂ ਬਹੁਤ ਬੜਾ ਹੋਵੇ ਤਾਂ ਤੁਹਾਨੂੰ ਉੱਥੇ ਐਕਸ਼ਨ ਲੈਣਾ ਜ਼ਰੂਰੀ ਬਣਦਾ ਹੈ। ਤਾਂ ਤੁਹਾਨੂੰ ਮਤਲਬ ਜੇ ਸਪੋਜ਼ ਕਰ ਲਓ ਤੁਸੀਂ ਪ੍ਰੋਬਲਮ ਨੂੰ ਟਾਈਮ ਸਿਰ ਹੈਂਡਲ ਕਰ ਲੈਂਦੇ ਹੋ ਐਂਡ ਡਿਫੀਕਲਟ ਸਿਚੁਏਸ਼ਨ ਨੂੰ ਇੱਕ ਐਕਸ਼ਨ ਲੈ ਲੈਂਦੇ ਹੋ ਉਹਦੇ ਉੱਤੇ, ਦੈਟ ਮੀਨਸ ਯੂ ਹੈਵ ਟੇਕਨ ਦਾ ਬੁੱਲ ਬਾਏ ਦਾ ਹੌਰਨਸ। ਠੀਕ ਹੈ। ਹੁਣ ਉਹਨਾਂ ਨੇ ਐਗਜ਼ਾਮਪਲ ਕਹਿ ਦਿੱਤੀ ਹੈ, ਜੂਲੀ ਹੈਡ ਆਲਵੇਜ਼ ਫੈਲਟ ਦੈਟ ਸ਼ੀ ਵਾਜ਼ ਮਿਸਿੰਗ ਆਊਟ ਔਨ ਅ ਲੋਟ ਆਫ ਫਨ। ਕਹਿੰਦਾ ਜੂਲੀ ਜਿਹੜੀ ਹੈ ਉਹਨੂੰ ਐਂ ਫੀਲ ਹੁੰਦਾ ਰਹਿੰਦਾ ਸੀ, ਉਹਨੂੰ ਫੀਲ ਹੁੰਦਾ ਸੀਗਾ, ਕਿਆ ਫੀਲ ਹੁੰਦਾ ਸੀਗਾ ਕਿ ਉਹ ਬਹੁਤ ਸਾਰਾ ਫਨ ਹੈ ਜਿਹੜਾ ਮਿਸ ਕਰਦੀ ਹੈ, ਬਿਕੋਜ਼ ਆਫ ਹਰ ਕਲਮਜ਼ੀਨੈਸ ਆਫ ਦ ਡੈਂਸ ਫਲੋਰ। ਕਲਮਜ਼ੀਨੈਸ ਮਤਲਬ ਗੰਦਾਪਨ, ਜਾਂ ਮਤਲਬ ਉਹਨੂੰ ਨਹੀਂ ਕੁਛ ਚੱਜ ਨਾਲ ਡਾਂਸ ਕਰਨਾ ਆਉਂਦਾ ਸੀਗਾ। ਕਲਮਜ਼ੀਨੈਸ ਔਨ ਦਾ ਡਾਂਸ ਫਲੋਰ ਸ਼ੀ ਹੈਡ ਬੀਨ ਪੁਟਿੰਗ ਆਫ ਟੇਕਿੰਗ ਲੈਸਨਸ। ਅਤੇ ਉਹਨੇ ਮਤਲਬ ਉਹਦੇ ਬਾਰੇ ਸੋਚਿਆ ਹੀ ਨਹੀਂ ਸੀ ਕਦੇ, ਅਤੇ ਉਹਨੇ ਡਾਂਸ ਲੈਸਨ ਲੈਣੇ ਬੰਦ ਕੀਤੇ ਹੋਏ ਸੀਗੇ। ਸ਼ੀ ਹੈਡ ਬੀਨ ਪੁਟਿੰਗ ਆਫ ਟੇਕਿੰਗ ਲੈਸਨਸ ਬਟ ਸ਼ੀ ਫਾਈਨਲੀ ਟੁੱਕ ਦਾ ਬੁੱਲ ਬਾਏ ਦਾ ਹੌਰਨਸ। ਫਿਰ ਉਹਨੇ ਡਿਸੀਜਨ ਲੈ ਲਿਆ ਅਖੀਰਕਾਰ ਫਾਈਨਲ ਦੇ ਵਿੱਚ, ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਪ੍ਰੋਬਲਮ ਹੱਲ ਨਹੀਂ ਹੋਣੀ, ਦੈਨ ਤੁਸੀਂ ਜਦੋਂ ਕੋਈ ਡਿਸੀਸਿਵ ਐਕਸ਼ਨ ਲੈ ਲੈਂਦੇ ਹੋ ਉਸ ਚੀਜ਼ ਦੇ ਪ੍ਰਤੀ, ਤੁਸੀਂ ਕਹਿ ਸਕਦੇ ਹੋ ਯੂ ਹੈਵ ਟੇਕਨ ਦਾ ਬੁੱਲ ਬਾਏ ਦਾ ਹੌਰਨਸ। ਟੇਕ, ਟੁੱਕ, ਟੇਕਨ 3 ਵਰਬਸ ਹੋ ਗਈਆਂ ਨਾ। ਤੋ ਟੁੱਕ ਦਾ ਬੁੱਲ ਬਾਏ ਦਾ ਹੌਰਨਸ ਦਾ ਮਤਲਬ ਹੋ ਗਿਆ ਕਿ ਤੁਸੀਂ ਪਾਸਟ ਦੇ ਵਿੱਚ ਯੂਜ਼ ਕਰ ਸਕਦੇ ਹੋ ਆਪਣੇ। ਤੁਸੀਂ ਮਤਲਬ ਜਿਹੜਾ ਸੈਕਿੰਡ ਟਾਸਕ ਹੈ ਕਿਊ ਕਾਰਡ ਵਾਲਾ, ਉੱਥੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ, ਟੁੱਕ ਦਾ ਬੁੱਲ ਬਾਏ ਦਾ ਹੌਰਨਸ। ਠੀਕ ਹੈ। then I took the bull by the horns because it was quite delayed, the thing was getting delayed, and I thought that now it's quite late, so I should take a decision, so I took the bull by the horns। ਮਤਲਬ ਕਹਿਣ ਦਾ ਭਾਵ ਮੈਨੂੰ ਉਹ ਡਿਫੀਕਲਟ ਸਿਚੁਏਸ਼ਨ ਸੁੱਝ ਨਹੀਂ ਸੀ ਰਿਹਾ ਕਿ ਮੈਂ ਕਿਆ ਕਰਨਾ, ਪਰ ਅਖੀਰਕਾਰ ਮੈਂ ਉਹਦਾ ਡਿਸੀਜਨ ਲੈ ਲਿਆ। ਜਦੋਂ ਤੁਸੀਂ ਡਿਸੀਜਨ ਟਾਈਮ ਸਿਰ ਲੈ ਲੈਂਦੇ ਹੋ ਅਤੇ ਮਤਲਬ ਡਿਸੀਜਨ ਕੋਈ ਐਕਸ਼ਨ ਜਿਹੜਾ ਲੈ ਲੈਂਦੇ ਹੋ, ਡਿਸੀਸਿਵ ਐਕਸ਼ਨ ਲੈ ਲੈਂਦੇ ਹੋ, ਤਾਂ ਫਿਰ ਉੱਥੇ ਤੁਸੀਂ ਯੂਜ਼ ਕਰ ਸਕਦੇ ਹੋ। ਹੁਣ ਹਾਰਸ ਆਫ ਅ ਡਿਫਰੈਂਟ ਕਲਰ, ਮਤਲਬ ਕੋਈ ਹਾਰਸ ਆਫ ਅ ਡਿਫਰੈਂਟ ਕਲਰ ਦਾ ਮਤਲਬ ਕਿਆ ਹੋ ਗਿਆ? ਸਾਨੂੰ ਜੋ ਦਿਖਦਾ ਹੈ ਕਿ ਕੋਈ ਬੰਦਾ ਨੋਰਮਲ ਹੈ, ਪਰ ਜੇ ਉਹ ਉਵੇਂ ਦਾ ਨਾ ਹੋਵੇ ਤਾਂ ਵੱਖਰਾ ਹੋਵੇ, ਕਹਿਣ ਦਾ ਭਾਵ ਉੱਥੇ ਆਪਾਂ ਯੂਜ਼ ਕਰ ਸਕਦੇ ਹਾਂ ਹਾਰਸ ਆਫ ਅ ਡਿਫਰੈਂਟ ਕਲਰ। ਫਿਰ ਕਿਆ ਬਣੇਗਾ ਉੱਥੇ? ਇੱਥੇ ਕਿਆ ਲਿਖਿਆ ਵਾ ਇਹਨਾਂ ਨੇ? ਗਾਈਟ ਅ ਡਿਫਰੈਂਟ ਮੈਟਰ। ਗਾਈਟ ਨਹੀਂ ਆਉਣਾ ਇੱਥੇ, ਆਉਣਾ ਕੁਆਇਟ। ਠੀਕ ਹੈ। ਕਿਊ ਆਉਣਾ ਇੱਥੇ ਪਹਿਲਾ ਅੱਖਰ ਜਿਹੜਾ, ਕੁਆਇਟ ਅ ਡਿਫਰੈਂਟ ਮੈਟਰ। ਕੁਆਇਟ ਮਤਲਬ ਬਹੁਤ ਜ਼ਿਆਦਾ ਵੱਖਰਾ ਮੈਟਰ। ਇੱਥੇ ਕੁਆਇਟ, ਇਹ ਉਹ ਕੁਆਇਟ ਨਹੀਂ ਹੈ, ਉਹ ਕੁਆਇਟ ਹੁੰਦਾ QUIET। ਉਹ ਕੁਆਇਟ ਹੁੰਦਾ ਆਪਣਾ ਜਿਹੜਾ ਚੁੱਪ ਚਾਪ ਵਾਲਾ ਕੁਆਇਟ ਹੁੰਦਾ, ਮਤਲਬ ਸ਼ਾਂਤੀ ਵਾਲਾ ਕੁਆਇਟ ਹੁੰਦਾ, ਸਾਇਲੈਂਸ ਵਾਲਾ ਕੁਆਇਟ ਹੁੰਦਾ। ਇਹਦੇ ਵਿੱਚ ਕਿਹੜਾ ਹੈ? ਕੁਆਇਟ ਅ ਡਿਫਰੈਂਟ ਮੈਟਰ ਦਾ ਮਤਲਬ ਕਿਆ ਹੋ ਗਿਆ ਕਿ ਬਿਲਕੁਲ ਵੱਖਰਾ ਮੈਟਰ ਹੋਵੇ, ਮਤਲਬ ਹਾਰਸ ਆਫ ਅ ਡਿਫਰੈਂਟ ਕਲਰ। ਮਤਲਬ ਕਹਿਣ ਦਾ ਭਾਵ ਸਾਨੂੰ ਦਿਖ ਰਹੀ ਹੈ ਕਿ ਉਹ ਪ੍ਰੋਬਲਮ ਸੇਮ ਹੈ, ਪਰ ਸੇਮ ਨਹੀਂ ਹੁੰਦੀ, ਉਹ ਵੱਖਰੀ ਹੁੰਦੀ ਪ੍ਰੋਬਲਮ। ਐਰਿਕ ਲਾਈਕਸ ਟੂ ਪਲੇ ਜੋਕਸ ਔਨ ਹਿਜ਼ ਫਰੈਂਡਸ। ਠੀਕ ਹੈ। ਐਰਿਕ ਨੂੰ ਪਸੰਦ ਹੈ ਕੀ ਕਰਨਾ? ਜੋਕਸ ਪਲੇ ਕਰਨਾ ਆਪਣੇ ਫਰੈਂਡ 'ਤੇ, ਬਟ ਹੀ ਮੇਕ ਸ਼ੋਰ ਦੈਟ ਨੋ ਬਡੀ ਇਜ਼ ਹਰਟ ਬਾਈ ਐਨੀ ਆਫ ਹਿਜ਼ ਪ੍ਰੈਂਕਸ। ਜਿੱਦਾਂ ਦੇ ਉਹ ਪ੍ਰੈਂਕਸ ਕਰਦਾ ਹੈ, ਜਿੱਦਾਂ ਦੇ ਉਹ ਫਨੀ ਚੀਜ਼ਾਂ ਕਰਦਾ ਹੈ, ਉਹਦੇ ਨਾਲ ਕੋਈ ਬੰਦਾ ਦੁਖੀ ਨਾ ਹੋਵੇ। ਅ ਪ੍ਰੈਂਕ ਦੈਟ ਹਰਟਸ ਸਮਵਨ ਇਜ਼ ਅ ਹਾਰਸ ਆਫ ਅ ਡਿਫਰੈਂਟ ਕਲਰ। ਮਤਲਬ ਪ੍ਰੈਂਕ ਉੱਦਾਂ ਦਾ ਪ੍ਰੈਂਕ ਦੈਟ ਹਰਟ ਸਮਵਨ ਇਜ਼ ਅ ਹਾਰਸ ਆਫ ਅ ਡਿਫਰੈਂਟ ਕਲਰ। ਉਹਦੇ ਅਕੋਰਡਿੰਗ ਜਿਹੜਾ ਉਹ ਪ੍ਰੈਂਕ ਕਰਦਾ ਉਹ ਨਹੀਂ ਹੈ ਜਿਹਦੇ ਨਾਲ ਕੋਈ ਹਰਟ ਹੁੰਦਾ। ਇਸ ਕਰਕੇ ਜਿਹੜਾ ਉਹ ਪ੍ਰੈਂਕ ਜਿਹੜਾ ਕਿਸੇ ਨੂੰ ਤੰਗ ਕਰਦਾ, ਉਹ ਕਿਆ ਹੁੰਦਾ? ਇੱਕ ਹਾਰਸ ਹੁੰਦਾ ਆਫ ਅ ਡਿਫਰੈਂਟ ਕਲਰ, ਮਤਲਬ ਉਹ ਡਿਫਰੈਂਟ ਮੈਟਰ ਹੁੰਦਾ।
मतलब ਉਹ ਬਿਲਕੁਲ ਡਿਫਰੈਂਟ ਮੈਟਰ ਹੁੰਦਾ। ਕਿਸੇ ਨੂੰ ਤੰਗ ਕਰਨਾ ਅਲੱਗ ਚੀਜ਼ ਹੈ, ਉਹਦਾ ਕਹਿਣ ਦਾ ਭਾਵ ਇਹ ਹੈ ਕਿ ਤੇ ਕਿਸੇ ਨਾਲ ਮਜ਼ਾਕ ਕਰਨਾ ਅਲੱਗ ਚੀਜ਼ ਹੈ। ਦੈਟ ਮੀਨਸ ਇਨ ਦੈਟ ਕੇਸ ਯੂ ਕੈਨ ਯੂਜ਼ ਇਟ ਲਾਈਕ ਇਟਸ ਅ ਹਾਰਸ ਆਫ ਅ ਡਿਫਰੈਂਟ ਕਲਰ। ਮੀਨਸ ਟੂ ਸੇ ਤੁਸੀਂ ਆਪਣੀ ਲੈਂਗੁਏਜ 'ਚ ਕਿਵੇਂ ਯੂਜ਼ ਕਰ ਸਕਦੇ ਹੋ। ਲਾਈਕ ਸਪੋਜ਼ ਕਰ ਲਓ ਤੁਸੀਂ, ਤੁਹਾਨੂੰ ਕੋਈ ਕੰਪੇਅਰ ਕਰਨ ਨੂੰ ਕਹਿ ਦਿੱਤਾ ਕਿਸੇ ਚੀਜ਼ ਨੂੰ, ਅਤੇ ਮੰਨ ਲਓ ਤੁਸੀਂ ਕਿਸੇ ਚੀਜ਼ ਨੂੰ ਸੇਮ ਨਹੀਂ ਗਿਣਦੇ ਹੋ, ਠੀਕ ਹੈ। ਅਤੇ ਕਹਿਣ ਦਾ ਭਾਵ ਮੰਨ ਲਓ ਕਿ ਤੁਸੀਂ ਕਹਿ ਦਿੱਤਾ ਕਿ ਮੰਨ ਲਓ ਦੋ ਕੇਸਿਸ ਹੈ ਤੁਹਾਡੇ ਕੋਲ, ਚੂਜ਼ਿੰਗ ਦ ਹੈਲਦੀ ਡਾਈਟ ਔਰ ਦ ਜੰਕ ਫੂਡ, ਹੈ ਨਾ। ਦੋਨੋਂ ਡਿਫਰੈਂਟ ਸਿਨੈਰੀਓ ਨੇ, ਟੋਟਲ ਡਿਫਰੈਂਟ ਸਿਨੈਰੀਓ ਹੈ। ਫਿਰ ਤੁਸੀਂ ਉੱਥੇ ਵੀ ਯੂਜ਼ ਕਰ ਸਕਦੇ ਹੋ, ਮਤਲਬ ਚੂਜ਼ਿੰਗ ਦ ਜੰਕ ਫੂਡ ਓਵਰ ਦ ਲਾਈਕ the nutritious या healthy food या nutritious food is totally a different matter। मतलब ਉੱਥੇ ਤੁਸੀਂ ਇਹ ਕਹਿ ਸਕਦੇ ਹੋ it's a horse of a different color, it's totally a horse of a different color। We can't say that there is any matching between a healthy food and the junk food, obviously those two things are totally different, है ना। ਤੇ ਮਤਲਬ ਕਿਸੇ ਦਾ ਮਜ਼ਾਕ ਉਡਾਉਣਾ ਜਾਂ ਕਿਸੇ ਨੂੰ ਹਰਟ ਕਰਨਾ, ਉਹ ਵੀ ਵੱਖਰੀਆਂ ਚੀਜ਼ਾਂ ਨੇ। ਜਦੋਂ ਦੋ ਚੀਜ਼ਾਂ ਆਪਸ 'ਚ ਵੱਖਰੀਆਂ ਹੋਣ, ਦੈਟ ਦੇਅਰ ਯੂ ਕੈਨ ਯੂਜ਼ ਦੈਟ ਵਨ, ਇਟਸ ਅ ਹਾਰਸ ਆਫ ਅ ਡਿਫਰੈਂਟ ਕਲਰ, ਦੈਟ ਮੀਨਸ ਇਟਸ ਕੁਆਇਟ ਅ ਡਿਫਰੈਂਟ ਮੈਟਰ। ਸਮਝ ਗਏ। ਲੈਟ ਦ ਕੈਟ ਆਊਟ ਆਫ ਦ ਬੈਗ। ਹੁਣ ਅਗਲਾ ਆ ਗਿਆ, ਲੈਟ ਦ ਕੈਟ ਆਊਟ ਆਫ ਦ ਬੈਗ ਦਾ ਮਤਲਬ ਕਿਆ ਹੋ ਗਿਆ, ਇਨਫੋਰਮ ਬਿਫੋਰ ਹੈਂਡ, ਪਹਿਲਾਂ ਹੀ ਮਤਲਬ ਕਿਸੇ ਚੀਜ਼ ਬਾਰੇ ਇਨਫੋਰਮ ਕਰਨਾ, ਸੀਕਰੇਟ ਨੂੰ ਰਿਵੀਲ ਕਰਨਾ, ਠੀਕ ਹੈ। ਕਿਸੇ ਸੀਕਰੇਟ ਨੂੰ ਰਿਵੀਲ ਕਰਨ ਦੀ ਥਾਂ 'ਤੇ ਆਪਾਂ ਯੂਜ਼ ਕਰਦੇ ਹਾਂ ਲੈਟ ਦ ਕੈਟ ਆਊਟ ਆਫ ਦ ਬੈਗ। ਮਤਲਬ ਬੌਬ ਵਾਜ਼ ਗੋਇੰਗ ਟੂ ਰਿਟਾਇਰ ਫਰੋਮ ਟੀਚਿੰਗ ਇਨ ਜੂਨ, ਉਹ ਜੂਨ 'ਚ ਰਿਟਾਇਰ ਹੋਣਾ ਸੀ ਉਹਨੇ, ਐਂਡ ਦਾ ਫੋਰਨ ਲੈਂਗੁਏਜ ਡਿਪਾਰਟਮੈਂਟ ਵਾਜ਼ ਪਲੈਨਿੰਗ ਔਨ ਪ੍ਰੈਜੈਂਟਿੰਗ ਹਿਮ with some luggage on his retirement dinner. He was not supposed to know about it, but someone let the cat out of the bag। ਉਹਨੂੰ ਪਤਾ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਸਰਪ੍ਰਾਈਜ਼ ਦੇਣਾ ਸੀ ਉਹਨੂੰ, ਬਟ ਕਿਸੇ ਨੇ ਕਿਆ ਕਰ ਦਿੱਤਾ, ਪਹਿਲਾਂ ਹੀ ਉਹਨੂੰ ਇਨਫੋਰਮ ਕਰ ਦਿੱਤਾ, ਸੀਕਰੇਟ ਨੂੰ ਉਹਦੇ ਉਸ ਚੀਜ਼ ਨੂੰ ਰਿਵੀਲ ਕਰ ਦਿੱਤਾ। ਦੈਟ ਇਜ਼ ਵਾਈ ਬਟ ਸਮਵਨ ਲੈਟ ਦ ਕੈਟ ਆਊਟ ਆਫ ਦ ਬੈਗ। ਸੋ ਐਟ ਦ ਡਿਨਰ ਬੌਬ ਐਕਟਡ ਸਰਪ੍ਰਾਈਜ਼, ਬੌਬ ਨੇ ਐਕਟ ਐਂ ਕੀਤਾ ਕਿ ਉਹ ਸਰਪ੍ਰਾਈਜ਼ ਹੋ ਗਿਆ, ਈਵਨ ਦੋ ਸਮਵਨ ਹੈਡ ਟੋਲਡ ਹਿਮ ਦੈਟ ਹੀ ਵਾਜ਼ ਗੈਟਿੰਗ ਲਾਈਕ ਇਹ ਕੀ ਹੈ, ਕੁਛ ਮਤਲਬ ਜਾਂ ਤਾਂ ਇਹ ਹੋਰ ਲੈਂਗੁਏਜ 'ਚ ਹੈ ਜਾਂ ਫਿਰ ਲਾਈਫ ਔਰ ਸਮਥਿੰਗ ਲਾਈਕ ਦੇਅਰ ਇਜ਼ ਦ ਮੈਂਸ਼ਨਡ, ਹੈ ਨਾ, ਲਾਈਫ ਔਰ ਜਾਂ ਫਿਰ ਕੁਛ ਹੈਗਾ। ਅਤੇ ਐਨੀਵੇਜ਼ ਇਟਸ ਨਾਟ ਇੰਪੋਰਟੈਂਟ, ਦ ਥਿੰਗ ਦੈਟ ਇਜ਼ ਇੰਪੋਰਟੈਂਟ ਇਜ਼ ਕਿ ਲੈਟ ਦਾ ਕੈਟ ਆਊਟ ਦਾ ਬੈਗ ਨੂੰ ਕਿਵੇਂ ਯੂਜ਼ ਕੀਤਾ ਉਹਨਾਂ ਨੇ। ਜਦੋਂ ਉਹਨੇ ਕਿਸੇ ਨੇ ਪਹਿਲਾਂ ਉਹਨੂੰ ਇਨਫੋਰਮ ਕਰਤਾ ਸੀ, ਉਹਨੇ ਫਿਰ ਵੀ ਪ੍ਰਿਟੈਂਡ ਕੀਤਾ ਕਿ ਮੈਨੂੰ ਕੁਛ ਨਹੀਂ ਪਤਾ, ਪਰ ਉਹਨੂੰ ਪਤਾ ਸੀਗਾ, ਠੀਕ ਹੈ। ਅਤੇ ਕਹਿਣ ਦਾ ਭਾਵ ਉਸ ਬੰਦੇ ਨੂੰ ਉੱਥੇ ਉਸ ਸਿਚੁਏਸ਼ਨ 'ਚ ਯੂਜ਼ ਕਰਦੇ ਹਾਂ ਜਦੋਂ ਆਪਾਂ ਕਿਸੇ ਸੀਕਰੇਟ ਨੂੰ ਪਹਿਲਾਂ ਹੀ ਰਿਵੀਲ ਕਰ ਦਿੰਦੇ ਹਾਂ, ਠੀਕ ਹੈ। ਸੋ ਆਪਾਂ ਨੈਗੇਟਿਵ 'ਚ ਵੀ ਯੂਜ਼ ਕਰ ਸਕਦੇ ਇਹਨੂੰ, ਕਿਵੇਂ ਕਿ ਵੀ ਸ਼ੁੱਡ ਨਾਟ ਲੈਟ ਦ ਕੈਟ ਆਊਟ ਆਫ ਦ ਬੈਗ ਅੰਟਿਲ ਔਰ ਅਨਲੈਸ ਦ ਪਰਸਨ ਵਿਲ ਰੀਚ ਟੂ ਦ ਸਪੋਟ, ਓਕੇ। ਜਦ ਤੱਕ ਬੰਦਾ ਪਹੁੰਚਦਾ ਨਹੀਂ ਹੈ ਜਗ੍ਹਾ ਦੇ ਉੱਤੇ, ਸਾਨੂੰ ਉਸ ਸੀਕਰੇਟ ਨੂੰ ਰਿਵੀਲ ਨਹੀਂ ਕਰਨਾ ਚਾਹੀਦਾ, ਓਕੇ। ਇਫ ਸਮਬਡੀ ਹੈਜ਼ actually arranged a party, then definitely we should not like reveal the secret। That means we should not let the cat out of the bag, okay, or we ought not to let the cat out of the bag, ਠੀਕ ਹੈ। ਉਹਨੂੰ ਬਾਹਰ ਨਹੀਂ, ਮਤਲਬ ਸਾਨੂੰ ਪਹਿਲਾਂ ਹੀ ਰਿਵੀਲ ਨਹੀਂ ਕਰਨਾ ਚਾਹੀਦਾ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਫॉर ਦ ਬਰਡਸ। ਹੁਣ ਬਰਡਸ ਦੇ ਲਈ ਫॉर ਦ ਬਰਡਸ ਮੀਨਸ ਟੂ ਸੇ, ਫॉर ਦ ਬਰਡਸ ਦਾ ਮਤਲਬ ਕਿਆ ਹੋ ਗਿਆ, ਅਨਇੰਟਰਸਟਿੰਗ ਔਰ ਮੀਨਿੰਗਲੈਸ, ਠੀਕ ਹੈ। ਸਮਥਿੰਗ ਵਿਚ ਇਜ਼ ਅਨਇੰਟਰਸਟਿੰਗ ਔਰ ਮੀਨਿੰਗਲੈਸ, ਉੱਥੇ ਤੁਸੀਂ ਫॉर ਦ ਬਰਡਸ ਯੂਜ਼ ਕਰ ਸਕਦੇ ਹੋ ਐਜ਼ ਅ ਕੰਬੀਨੇਸ਼ਨ ਆਫ ਪ੍ਰੈਪੋਜੀਸ਼ਨ ਪਲੱਸ ਨਾਊਨ, ਠੀਕ ਹੈ। ਫॉर ਕਿਆ ਹੋ ਗਈ, ਪ੍ਰੈਪੋਜੀਸ਼ਨ, ਦ ਬਰਡਸ ਕਿਆ ਹੋ ਗਈ, ਨਾਊਨ ਹੋ ਗਿਆ, ਠੀਕ ਹੈ। ਉਹਨੂੰ ਇਕੱਠੇ ਨੂੰ ਯੂਜ਼ ਕਰਨਾ ਹੈ, ਕਿਵੇਂ ਕਰ ਸਕਦੇ ਹੋ ਤੁਸੀਂ, something when is uninteresting and meaningless, for that one you can use it in your statement। like for example ਇਹਨਾਂ ਨੇ ਕਿਆ ਦਿੱਤਾ ਵਾ, they went to a poetry reading
ਬਟ ਦੇ ਗੋਟ ਬੋਰਡ ਐਂਡ ਰੈਸਟਲੈਸ। ਓਬਵੀਅਸਲੀ ਪੋਇਟਰੀ ਪੜ੍ਹਦੇ ਪੜ੍ਹਦੇ ਉਹ ਬੋਰ ਹੋ ਗਏ ਅਤੇ ਉਹ ਰੈਸਟਲੈਸ ਹੋ ਗਏ, ਗੁੱਸੇ 'ਚ ਆ ਗਏ, ਖਿੱਝ ਗਏ, ਉਹ ਮਤਲਬ ਇਰੀਟੇਟ ਹੋ ਗਏ। ਰੈਸਟਲੈਸ ਦਾ ਮਤਲਬ ਇਹ ਹੋ ਜਾਂਦਾ ਕਿ ਮਤਲਬ ਬੰਦਾ ਉਤੇਜਿਤ ਹੋ ਜਾਂਦਾ ਕਿ ਨਹੀਂ ਯਾਰ ਬਸ ਹੋ ਗਈ ਹੁਣ। ਐਜ਼ ਫਾਰ ਐਜ਼ ਦੇ ਵਰ ਕੰਸਰਨਡ ਫॉर ਇਟ ਵਾਜ ਸੋਰੀ ਐਜ਼ ਫਾਰ ਐਜ਼ ਦੇ ਵਰ ਕੰਸਰਨਡ ਇਟ ਵਾਜ ਫॉर ਦ ਬਰਡਸ। ਮਤਲਬ ਉਹ ਕਿਹਨਾਂ ਲਈ ਬਣੀ ਸੀਗੀ, ਉਹ ਪਕਸ਼ੀਆਂ ਲਈ ਬਣੀ ਸੀਗੀ ਰਾਦਰ ਦੈਨ ਹਿਊਮਨ ਬੀਂਗਸ ਲਈ। ਉਹ ਇਟ ਵਾਜ ਫॉर ਦ ਬਰਡਸ। as far as they were concerned it was for the birds. They left during an intermission because they found the reading totally uninteresting and meaningless. ਜਦੋਂ ਤੁਹਾਨੂੰ ਲੱਗਦਾ ਕਿ ਕੋਈ ਚੀਜ਼ uninteresting ਹੈ ਜਾਂ meaningless ਹੈ, then you can say that it like you can use it in your I am not that type of person. I don't like going to the like cricket ground and watch the cricket sitting over there, because I believe that it is for the birds. Okay, so it is uninteresting and meaningless. ਕਿਸੇ ਬੰਦੇ ਲਈ ਉਹ ਇੰਟਰਸਟਿੰਗ ਹੋ ਸਕਦਾ ਉੱਥੇ ਜਾ ਕੇ ਮੈਚ ਦੇਖਣਾ, ਕਿਸੇ ਲਈ ਅਨਇੰਟਰਸਟਿੰਗ ਹੋ ਸਕਦਾ ਜਿਹਨੇ ਮੈਚ ਪ੍ਰੋਪਰਲੀ ਦੇਖਣਾ ਹੋਵੇ, ਕਿਉਂਕਿ ਨਾ ਤਾਂ ਉੱਥੇ ਸਕੋਰ ਬੋਰਡ ਪ੍ਰੋਪਰਲੀ ਜਿਸ ਹਿਸਾਬ ਨਾਲ ਟੀ ਵੀ ਪਰ ਆਉਂਦਾ ਉੱਦਾਂ ਨਹੀਂ ਹੁੰਦਾ, ਉਹ ਅਲੱਗ-ਅਲੱਗ ਜਗ੍ਹਾ 'ਤੇ ਦੇਖਣਾ ਪਏਗਾ। ਠੀਕ ਹੈ, ਕਈਆਂ ਨੂੰ ਇੰਟਰਸਟਿੰਗ ਲੱਗੇਗਾ। ਠੀਕ ਹੈ, ਫॉर them it is not for the birds. ਉਹ ਕਹੋਗੇ it is not for the birds when it comes to watching the cricket in the playground, because when we are at the playground then definitely we enjoy the most. So that's quite interesting one. So not for the birds ਉੱਥੇ ਯੂਜ਼ ਹੋਏਗਾ ਜਿੱਥੇ ਇੰਟਰਸਟਿੰਗ ਹੈ ਚੀਜ਼, for the birds ਉੱਥੇ ਯੂਜ਼ ਹੋਏਗਾ ਜਿੱਥੇ ਅਨਇੰਟਰਸਟਿੰਗ ਜਾਂ ਮੀਨਿੰਗਲੈਸ ਹੈ ਚੀਜ਼। the main thing is ਉਸ ਤੋਂ ਬਾਅਦ ਆ ਗਿਆ straight from the horse's mouth। ਮਤਲਬ ਘੋੜੇ ਦੇ ਮੂੰਹ ਤੋਂ ਸਿੱਧਾ ਹੀ ਕੋਈ ਚੀਜ਼ ਨਿਕਲੇ। ਠੀਕ ਹੈ, ਫਰੋਮ ਅ ਰਿਲਾਇਬਲ ਸੋਰਸ, ਮਤਲਬ ਘੋੜੇ 'ਤੇ ਆਪਾਂ ਰਿਲਾਈ ਕਰਦੇ ਹਾਂ ਨਾ। ਨੰਬਰ 2 ਇਨ ਦਾ ਥਰਡ ਰੇਸ ਜਦੋਂ ਘੋੜਾ ਬੋਲਦਾ ਠੀਕ ਹੈ, ਮਤਲਬ ਘੋੜੇ ਦੀ ਰੇਸ ਦੇਖੀ ਹੋਣੀ ਤੁਸੀਂ, ਘੋੜੇ 'ਤੇ ਪੈਸੇ ਲਾਏ ਜਾਂਦੇ ਨੇ, ਘੋੜੇ 'ਤੇ ਫਿਰ ਕਿਆ ਕੀਤਾ ਜਾਂਦਾ, ਆਪਾਂ ਰਿਲਾਈ ਕਰਦੇ ਹਾਂ ਹੈ ਨਾ, ਆਪਾਂ ਉੱਤੇ ਵਿਸ਼ਵਾਸ ਕਰਦੇ ਹਾਂ। ਰਿਲਾਈ ਕਰਨਾ ਕਿਆ ਹੁੰਦਾ, ਵਿਸ਼ਵਾਸ ਕਰਨਾ। ਠੀਕ ਹੈ, ਹਾਂ। ਸਟ੍ਰੇਟ ਫਰੋਮ ਦਾ ਹੋਰਸਿਸ ਮਾਊਥ ਦਾ ਮਤਲਬ ਇਹ ਹੋ ਗਿਆ ਕਿ ਫਿਰ ਆਪਾਂ ਫਰੋਮ ਅ ਰਿਲਾਇਬਲ ਸੋਰਸ। ਓਕੇ, ਜਦੋਂ ਕੋਈ ਚੀਜ਼ ਕਿਸੇ ਰਿਲਾਇਬਲ ਸੋਰਸ ਤੋਂ ਨਿਕਲੀ ਹੋਵੇ ਜਾਂ ਕਿਸੇ ਵਿਸ਼ਵਾਸ ਪਾਤਰ ਬੰਦੇ ਦੇ ਮੂੰਹ 'ਚੋਂ ਨਿਕਲੀ ਹੋਵੇ, ਦੈਨ ਆਪਾਂ ਉਹਦੇ ਲਈ ਆਪਾਂ ਯੂਜ਼ ਕਰ ਸਕਦੇ ਹਾਂ ਸਟ੍ਰੇਟ ਫਰੋਮ ਦਾ, ਇਟ ਇਜ਼ ਸਟ੍ਰੇਟ ਫਰੋਮ ਦਾ ਹੋਰਸਿਸ ਮਾਊਥ। ਠੀਕ ਹੈ, ਹੁਣ ਮੰਨ ਲਓ ਦੇਖ ਲਓ ਜਿੱਥੇ ਇੱਥੇ ਲਿਖਿਆ ਵਾ ਹਾਊ ਡਿਡ ਯੂ ਫਾਈਂਡ ਆਊਟ ਦਾ ਜਿਲ ਵਾਜ਼ ਐਂਗੇਜ। ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਜਿਲ ਜਿਹੜਾ ਹੈ ਉਹ ਐਂਗੇਜਡ ਹੈ। ਆਈ ਗੋਟ ਦਾ ਇਨਫੋਰਮੇਸ਼ਨ ਫਰੋਮ ਅ ਵੈਰੀ ਰਿਲਾਇਬਲ ਸੋਰਸ। ਕਹਿੰਦਾ ਮੈਨੂੰ ਕਿਸੇ ਰਿਲਾਇਬਲ ਸੋਰਸ ਤੋਂ ਪਤਾ ਲੱਗਿਆ ਸੀ। ਰਿਲਾਇਬਲ ਦਾ ਮਤਲਬ ਕਿਸੇ ਬਿਲੀਵੇਬਲ ਸੋਰਸ, ਜਿੱਤੇ ਮੈਂ ਵਿਸ਼ਵਾਸ ਕਰ ਸਕਦਾ, ਉਸ ਸੋਰਸ ਤੋਂ ਪਤਾ ਲੱਗਿਆ ਸੀ। ਫਰੋਮ ਅ ਵੈਰੀ ਰਿਲਾਇਬਲ ਸੋਰਸ। ਯੂ ਮੀਨ ਜਿਲ ਟੋਲਡ ਯੂ ਸੋ ਹਰਸੈਲਫ, ਮਤਲਬ ਜਿਲ ਨੇ ਤੈਨੂੰ ਆਪਣੇ ਆਪ ਹੀ ਦੱਸਿਆ। ਦੈਟਸ ਰਾਈਟ, ਆਈ ਗੋਟ ਇਟ ਸਟ੍ਰੇਟ ਫਰੋਮ ਦਾ ਹਾਰਸਸ ਮਾਊਥ। ਮਤਲਬ ਜੇ ਤੁਹਾਨੂੰ ਐਗਜ਼ੈਕਟਲੀ ਜਿਸ ਬੰਦੇ ਨੇ ਤੁਹਾਨੂੰ ਦੱਸਿਆ ਉੱਤੇ ਰਿਲਾਈ ਕੀਤਾ ਜਾ ਸਕੇ, ਉਸ ਬੰਦੇ ਨੇ ਵੀ ਇਹੀ ਕਿਹਾ ਕਿ ਜੇ ਜਿਲ ਐਂਗੇਜ ਦਾ ਤਾਂ ਜਿਲ ਹੀ ਦੱਸ ਸਕਦਾ ਹੈ ਨਾ, ਜਾਂ ਦੱਸ ਸਕਦੀ, ਸੌਰੀ। ਹਾਂਜੀ, ਉਹ ਗਲਤੀ ਨਾਲ ਲਿਖਿਆ ਹੋਇਆ ਉਹਨਾਂ ਨੇ, ਪ੍ਰਿੰਟਿੰਗ ਐਰਰ ਹੈ ਉਹ। ਠੀਕ ਹੈ, ਸਟ੍ਰੇਟ ਫਰੋਮ ਦਾ ਹਾਰਸਸ ਮਾਊਥ ਮੇਨ ਗੱਲ ਹੈ। ਆਈ ਗੋਟ ਇਟ ਸਟ੍ਰੇਟ ਫਰੋਮ ਦਾ ਹਾਰਸਸ ਮਾਊਥ, ਮਤਲਬ ਜਿਹੜਾ ਡੀਲ ਕਰਦਾ ਪਿਆ ਉਸ ਚੀਜ਼ ਦੇ ਵਿੱਚ, ਜਿਹਦੇ ਬਾਰੇ ਗੱਲ ਹੋ ਰਹੀ ਹੈ, ਉਹਦੇ ਬਾਰੇ ਹੀ ਮਤਲਬ ਤੁਸੀਂ ਉਹਦੇ ਮੂੰਹ ਤੋਂ ਹੀ ਸੁਣਿਆ ਹੋਵੇ ਤਾਂ ਫਿਰ ਦੈਟ ਮੀਨਸ ਉੱਥੇ ਤੁਸੀਂ ਯੂਜ਼ ਕਰ ਸਕਦੇ ਹੋ। ਆਈ ਹੈਵ ਹਰਡ ਇਟ ਫਰੋਮ ਦਾ ਪਰਸਨ, ਜਿੱਥੇ ਮਤਲਬ ਇਹ ਤਾਂ ਚਲੋ ਇਹ ਮੀਨਿੰਗ ਇਹਨਾਂ ਨੇ ਇਹ ਦੱਸਿਆ ਕਿ ਫਰੋਮ ਅ ਰਿਲਾਇਬਲ ਸੋਰਸ, ਜਿੱਥੇ ਤੁਸੀਂ ਰਿਲਾਈ ਕਰ ਸਕਦੇ ਹੋ, ਪਰ ਮੇਰੇ ਹਿਸਾਬ ਨਾਲ ਤੁਸੀਂ ਉੱਥੇ ਵੀ ਯੂਜ਼ ਕਰ ਸਕਦੇ ਹੋ ਜੇ ਤੁਸੀਂ ਕਿਸੇ ਬੰਦੇ ਨੇ ਕਿਹਾ ਹੀ ਹੈ ਤੁਹਾਨੂੰ, ਜੇ ਬੰਦਾ ਉਸ ਬੰਦੇ ਦੇ ਬਾਰੇ ਹੀ ਗੱਲ ਕਰ ਰਿਹਾ ਹੈ, ਦੈਟ ਮੀਨਸ ਫਿਰ ਉਹ ਉੱਥੇ ਵੀ ਯੂਜ਼ ਕੀਤੀ ਜਾ ਸਕਦੀ ਸਟੇਟਮੈਂਟ। ਕਹਿਣ ਦਾ ਭਾਵ ਜਦੋਂ ਤੁਸੀਂ ਕਹਿੰਦੇ ਆ, ਮੰਨ ਲਓ ਤੁਸੀਂ ਇੱਕ ਰਾਕੇਸ਼ ਨਾਮ ਦੇ ਬੰਦੇ ਤੋਂ ਕੋਈ ਚੀਜ਼ ਸੁਣੀ ਹੈ ਅਤੇ ਤੁਸੀਂ ਕਹਿ ਸਕਦੇ ਆਈ ਹੈਵ ਹਰਡ ਇਟ ਫਰੋਮ, ਉਹ ਹੈ ਵੀ ਗੱਲ ਰਾਕੇਸ਼ ਬਾਰੇ ਹੀ ਹੈ। ਠੀਕ ਹੈ, ਤਾਂ ਮਤਲਬ ਰਾਕੇਸ਼ ਨੇ ਕਿਹਾ ਕਿ ਦੈਟ like I was ill, so that is why I could not come to the college. ਠੀਕ ਹੈ, ਯੂ ਗੋਟ ਦਿਸ ਇਨਫੋਰਮੇਸ਼ਨ। ਤਾਂ ਕੋਈ ਤੁਹਾਡਾ ਫਰੈਂਡ ਬੋਲਦਾ ਪਿਆ ਕਿ ਯਾਰ ਰਾਕੇਸ਼ ਨੇ ਤਾਂ ਮਾੜੀ ਕੀਤੀ, ਰਾਕੇਸ਼ ਨੂੰ ਦੱਸਣਾ ਤਾਂ ਚਾਹੀਦਾ ਸੀ। ਕਹਿੰਦਾ
ਪਰ ਤੁਸੀਂ ਕਿਹਾ ਕਿ ਨੋ ਨੋ ਐਕਚੁਅਲੀ ਆਈ ਨਿਊ ਦੈਟ ਥਿੰਗ ਕਿ ਰਾਕੇਸ਼ ਨੇ ਆਉਣਾ ਨਹੀਂ ਹੈ ਬਿਕੋਜ਼ ਹੀ ਵਾਜ਼ ਇਲ। ਕਹਿੰਦਾ ਉਹ ਬੰਦੇ ਨੇ ਤੁਹਾਨੂੰ ਕਿਹਾ ਕਿ ਤੁਹਾਨੂੰ ਕਿਵੇਂ ਪਤਾ ਹੈ, ਦੈਨ ਤੁਸੀਂ ਫਿਰ ਉੱਥੇ ਯੂਜ਼ ਕਰ ਸਕਦੇ ਹੋ, ਠੀਕ ਹੈ ਨਾ। ਦੈਟ ਆਈ ਜਸਟ ਗੋਟ ਇਟ ਸਟ੍ਰੇਟ ਫਰੋਮ ਦ ਹਾਰਸਸ ਮਾਊਥ, ਠੀਕ ਹੈ। ਕਿ ਮੈਨੂੰ ਕਿਹਨੇ ਸਟੇਟ ਦੱਸਿਆ ਸੀ, ਰਾਕੇਸ਼ ਨੇ ਹੀ ਮੈਨੂੰ ਦੱਸਿਆ ਸੀ, ਕਹਿਣ ਦਾ ਭਾ ਸਮਝ ਗਏ। ਕਿਸੇ ਬੰਦੇ ਬਾਰੇ ਦੱਸਣਾ, ਹਾਂ ਜਿਹੜੇ ਬੰਦੇ ਬਾਰੇ ਦੱਸ ਰਹੇ ਆ ਉਹਦੇ ਤੋਂ ਹੀ ਸੁਣ ਕੇ ਕਿਸੇ ਨੂੰ ਦੱਸਣਾ। ਜੀ 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 ਐਗਜ਼ੈਕਟਲੀ, ਠੀਕ ਹੈ। ਹਾਰਸ ਅਰਾਊਂਡ, ਹੁਣ ਆਪਾਂ ਜਾਨਵਰਾਂ ਦੀ ਉਹ ਗੱਲ ਕਰਦੇ ਹਾਂ ਤਾਂ ਹਾਰਸ ਅਰਾਊਂਡ ਦਾ ਮਤਲਬ ਕਿਆ ਹੋ ਗਿਆ, ਪਲੇ ਅਰਾਊਂਡ। ਹਾਰਸ ਕਿਆ ਹੈ, ਹਾਰਸ ਬੜਾ ਪਲੇਫੁਲ ਹੁੰਦਾ ਹੈ, ਤਾਂ ਹਾਰਸ ਅਰਾਊਂਡ ਦਾ ਮਤਲਬ ਬੜਾ ਕਿਆ ਮਤਲਬ ਹੋ ਗਿਆ, ਪਲੇ ਅਰਾਊਂਡ। ਪਲੇ ਅਰਾਊਂਡ ਦਾ ਮਤਲਬ ਕਿਆ ਹੋ ਗਿਆ, ਡਿਡ ਯੂ ਹੀਅਰ ਅਬਾਊਟ ਡੇਵਜ਼ ਬੈਕ ਇੰਜਰੀ। ਕਹਿੰਦਾ ਤੂੰ ਡੇਵਜ਼ ਦੀ ਬੈਕ ਇੰਜਰੀ ਬਾਰੇ ਸੁਣਿਆ। ਕਹਿੰਦਾ ਨੋ। ਹਾਊ ਡਿਡ ਹੀ ਗੈਟ ਹਰਟ, ਉਹ ਕਿਵੇਂ ਮਤਲਬ ਉਹਦੇ ਸੱਟ ਕਿਵੇਂ ਲੱਗੀ। ਵੈਲ ਆਫਟਰ ਦਾ ਕੋਚ ਲੈਫਟ ਦਾ ਜਿਮ, ਕਹਿੰਦਾ ਜਦੋਂ ਕੋਚ ਨੇ ਜਿਮ ਮਤਲਬ ਜਿਮ ਤੋਂ ਤੁਰਿਆ ਉਹ, ਹੀ ਡਿਸਾਈਡਡ ਟੂ ਸਟੇ, ਉਹਨੇ ਰੁਕਣਾ ਸੋਚਿਆ। ਐਂਡ ਹਾਰਸ ਅਰਾਊਂਡ ਔਨ ਦਾ ਪੈਰਲਲ ਬਾਰਸ, ਹਾਰਸ ਅਰਾਊਂਡ ਮਤਲਬ ਪਲੇ ਅਰਾਊਂਡ ਦਾ ਪੈਰਲਲ ਬਾਰਸ। ਪੈਰਲਲ ਮਤਲਬ ਜਿਹੜੀਆਂ ਆਮੋ ਸਾਹਮਣੀਆਂ ਬਾਰਸ ਆ ਉੱਤੇ ਮਤਲਬ ਖੇਡ ਰਿਹਾ ਸੀ, ਮਤਲਬ ਉੱਦਾਂ ਹੀ ਬੈਠਾ ਸੀ। ਹੀ ਸਮਹਾਓ ਲੋਸਟ ਦਾ ਗ੍ਰਿਪ ਐਂਡ ਫੈਲ ਔਨ ਹਿਸ ਬੈਕ, ਅਤੇ ਮਤਲਬ ਉਹਦਾ ਗ੍ਰਿਪ ਹੱਥੋਂ ਮਤਲਬ ਉਹਦਾ ਗ੍ਰਿਪ ਨਹੀਂ ਬਣਿਆ ਪ੍ਰੋਪਰਲੀ, ਅਤੇ ਉਹ ਪੁੱਠੇ ਭਾਰ ਗਿਰ ਗਿਆ, ਠੀਕ ਹੈ, ਬੈਕ 'ਤੇ ਗਿਰਿਆ ਉਹ। ਦੈਟਸ ਟੂ ਬੈਡ, ਕਹਿੰਦਾ ਇਹ ਬਹੁਤ ਮਾੜੀ ਗੱਲ ਹੈ। ਬਟ ਹੀ ਸ਼ੁੱਡ ਨਾਟ ਹੈਵ ਬੀਨ ਏਮਲੈਸਲੀ ਪਲੇਇੰਗ ਅਰਾਊਂਡ, ਉਹਨੂੰ ਵੈਸੇ ਹੀ ਨਹੀਂ ਸੀ ਉੱਦਾਂ ਹੀ ਬਿਨਾਂ ਗੱਲ ਤੋਂ, ਜਦੋਂ ਆਪਾਂ ਉੱਦਾਂ ਹੀ ਘੁੰਮਦੇ ਰਹਿੰਦੇ ਹਾਂ ਜਾਂ ਵਿਹਲੇ ਆਪਾਂ ਕਹਿ ਦਈਏ ਨਾ, ਡੂ ਨਾਟ, ਫਿਰ ਆਪਾਂ ਉੱਥੇ ਯੂਜ਼ ਕਰ ਸਕਦੇ ਡੂ ਨਾਟ ਹਾਰਸ ਅਰਾਊਂਡ। ਓਕੇ, ਡੂ ਨਾਟ ਹਾਰਸ ਅਰਾਊਂਡ ਦਾ ਸਿਟੀ ਵਿਦਆਊਟ ਅ ਰੀਜ਼ਨ। ਨੋ, ਜਦੋਂ ਜੇ ਤੁਸੀਂ ਉੱਥੇ ਵੀ ਹਾਰਸ ਅਰਾਊਂਡ ਕਰਦੇ ਹੈ ਤਾਂ ਫਿਰ ਕੀ ਹੋਊਗਾ। ਮੰਨ ਲਓ ਤੁਸੀਂ ਵਿਦਆਊਟ, ਤੁਹਾਡੇ ਕੋਲ ਲਾਇਸੈਂਸ ਹੈ ਨਹੀਂ ਗਾ ਸਕੂਟਰੀ ਦਾ, ਠੀਕ ਹੈ, ਔਰ ਤੁਸੀਂ ਸਕੂਟੀ 'ਤੇ ਘੁੰਮ ਰਹੇ ਹੋ ਸ਼ਹਿਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸੋ ਦੈਨ ਸਮਬਡੀ ਹੂ ਇਜ਼ ਐਲਡਰਲੀ ਟੂ ਯੂ ਕੈਨ ਸੇ ਦੈਟ ਥਿੰਗ ਟੂ ਯੂ ਦੈਟ ਡੂ ਨਾਟ ਹਾਰਸ ਅਰਾਊਂਡ ਦਾ ਸਿਟੀ ਲਾਈਕ ਦਿਸ, ਵਨ ਡੇ ਔਰ ਦਾ ਅਦਰ ਡੇ ਯੂ ਵਿਲ ਬੀ ਕੌਟ ਬਾਈ ਦਾ ਪੁਲਿਸ। ਕਿ ਮਤਲਬ ਕੌਟ ਰੈਡ ਹੈਂਡਡ ਬਾਈ ਦਾ ਪੁਲਿਸ, ਮਤਲਬ ਰੰਗੇ ਹੱਥੀ ਫੜ ਲੈਣਾ ਅਗਲੇ ਨੇ, ਸਮਝ ਗਏ। ਦੈਨ ਡੂ ਨਾਟ ਹਾਰਸ ਅਰਾਊਂਡ, ਹਾਰਸ ਅਰਾਊਂਡ ਦਾ ਮਤਲਬ ਫਿਰ ਉੱਥੇ ਕਿਆ ਹੋ ਗਿਆ, ਡੂ ਨਾਟ ਪਲੇ ਅਰਾਊਂਡ ਏਮਲੈਸਲੀ, ਮਤਲਬ ਉੱਤੇ ਨਾ ਵਿਹਲਾ ਬੰਦਾ ਆਪਣਾ ਸਮਾਂ ਖਰਾਬ ਕਰੇ, ਠੀਕ ਹੈ ਜੀ। ਅੱਗੇ ਆ ਗਿਆ ਕੈਟ ਗॉट योर टंग। कैट गॉट योर टंग ਦਾ ਮਤਲਬ ਕਿਆ ਹੋ ਗਿਆ, ਹਾਂ ਕਾਂਟ ਟਾਕ। ਕੈਟ ਗॉट योर टंग ਮਤਲਬ ਕੈਟ ਨੇ ਬਿੱਲੀ ਤੁਹਾਡੀ ਜ਼ਬਾਨ ਲੈ ਗਈ। ਕਾਂਟ ਟਾਕ ਕਿਆ ਤੁਸੀਂ ਬੋਲ ਨਹੀਂ ਸਕਦੇ। हैड द कैट गॉट योर टंग मतलब क्या ਤੁਹਾਡੀ ਜਿਹੜੀ ਜ਼ਬਾਨ ਹੈ ਉਹ ਕੌਣ ਲੈ ਗਈ ਹੈ, ਬਿੱਲੀ ਲੈ ਗਈ ਹੈ। ਕਹਿਣ ਦਾ ਭਾ ਕਮ ਔਨ ਕੋਨੀ ਟੈਲ ਅਸ ਵਟ ਯੂ ਥਿੰਕ ਅਬਾਊਟ ਆਰ ਲਿਟਲ ਰਾਈਡ ਡਾਊਨ ਦ ਰੈਪਿਡਸ ਯੈਸਟਰਡੇ। ਵੈਲ ਵਾਜ਼ਨਟ ਇਟ ਐਕਸਾਈਟਿੰਗ, ਵਟਸ ਅ ਮੈਟਰ। ਕੈਟ ਗॉट योर टंग ਕਿਆ ਮਤਲਬ ਉਹ ਬੋਲਦਾ ਨਹੀਂ ਹੋਣਾ, ਉਹ ਜਵਾਬ ਨਹੀਂ, ਜਦੋਂ ਤੁਹਾਨੂੰ ਕੋਈ ਜਵਾਬ ਨਾ ਦੇਵੇ ਤਾਂ ਤੁਸੀਂ ਉੱਥੇ ਬੋਲ ਸਕਦੇ ਹੋ has the cat got your tongue, why you are not replying me, in that case you can say, okay, understood। ਤਾਂ ਇਹ ਇੱਕ ਸੈਕਸ਼ਨ ਸਾਡਾ ਹੋ ਗਿਆ, ਮਤਲਬ 9 ਸੈਕਸ਼ਨ ਹੈ ਸਾਡਾ, ਇੱਕ ਸੈਕਸ਼ਨ ਇਹਦਾ ਪੂਰਾ ਕੰਪਲੀਟ ਹੋ ਗਿਆ। ਦੈਨ ਆਈ ਬਿਲੀਵ ਦੈਟ ਕਿ ਤੁਹਾਨੂੰ ਕੁਛ ਨਾ ਕੁਛ ਅੰਡਰਸਟੈਂਡ ਹੋਇਆ ਹੋਏਗਾ ਇਹਦੇ ਵਿੱਚੋਂ, ਕਿ ਨਹੀਂ। ਪਹਿਲਾ ਕਿਹੜਾ ਸੀਗਾ, ਸਮੈਲ ਅ ਰੈਟ। ਦੂਸਰਾ ਕਿਹੜਾ ਸੀਗਾ, ਗੋ ਟੂ ਦਾ ਡੌਗ। ਸਮੈਲ ਅ ਰੈਟ ਦਾ ਮਤਲਬ ਕਿਆ ਹੈ, ਪ੍ਰੋਬਲਮ ਨੂੰ, ਹਾਂ ਦੇयर यू कैन यूज़। गो टू द डॉग ਦਾ ਮਤਲਬ ਕਿਆ ਹੋ ਗਿਆ, ਡੌਗਸ ਦਾ ਮਤਲਬ ਕਿਆ ਹੋ ਗਿਆ, ਫਿਸ਼ੀ ਦਾ ਮਤਲਬ ਜਾਂ ਸਸਪੀਸ਼ੀਅਸ, ਡਾਊਟਫੁਲ। ਹਾਂ, ਟੇਕ ਦਾ ਬੁੱਲ ਬਾਏ ਦਾ ਹੌਰਨਸ ਦਾ ਮਤਲਬ ਕਿਆ ਹੁੰਦਾ ਹੈ, ਕੋਈ ਡਿਸੀਜਨ ਲੈਣਾ ਕੋਈ ਡਿਫਿਕਲਟ ਟਾਈਮ ਦੇ ਵਿੱਚ। ਬਿਲकुल सही है। हॉर्स ऑफ अ डिफरेंट कलर, ਸਰ ਕੋਈ ਜਿੱਦਾਂ ਕੋਈ ਵੱਖ ਦਿਸਣਾ, बिल्कुल। ਜੋ
ਜੋ ਕੁਝ ਦਿਖਦਾ ਪਿਆ ਉਹ ਨਹੀਂ ਹੋਣਾ। ਬਿਲਕੁਲ। ਲੈਟ ਦ ਕੈਟ ਆਊਟ ਆਫ ਦ ਬੈਗ ਦਾ ਮਤਲਬ ਕੋਈ ਸੀਕ੍ਰੇਟ ਨੂੰ ਕਿਸੇ ਨੂੰ ਲੀਕ ਕਰ ਦੇਣਾ। ਠੀਕ ਹੈ। ਤੇ ਉਸ ਤੋਂ ਬਾਅਦ ਆ ਗਿਆ ਫॉर द बर्ड्स ਦਾ ਮਤਲਬ ਸਰ ਕੋਈ ਚੀਜ਼ ਨਹੀਂ ਸਮਝ ਲੱਗਣੀ ਜਾਂ ਕੋਈ ਮੀਨਿੰਗਲੈਸ ਚੀਜ਼ ਹੋਣੀ। ਜਿਹੜੀ ਮੀਨਿੰਗਲੈਸ ਹੋਵੇ ਜਾਂ ਅਨਇੰਟਰਸਟਿੰਗ ਹੋਵੇ ਫਿਰ ਤੁਸੀਂ ਉਹਨੂੰ ਕਹਿ ਸਕਦੇ ਇਟ ਇਜ਼ ਫॉर द बर्ड्स नॉट फॉर मी, ਇਟ ਇਜ਼ ਮੇਡ ਫॉर द बर्ड्स नॉट फॉर मी, ਤਾਂ ਫਿਰ ਉੱਥੇ ਯੂਜ਼ ਕਰ ਸਕਦੇ। ਅੱਛਾ, ਸਟ੍ਰੇਟ ਫਰੋਮ ਦ ਹਾਰਸਸ ਮਾਊਥ ਦਾ ਮਤਲਬ ਕਿਸੇ ਦੇ ਕੋਲੋਂ ਉਹਦੇ ਬਾਰੇ ਸੁਣ ਕੇ ਕਿਸੇ ਨੂੰ ਦੱਸਣਾ। ਨਹੀਂ ਨਹੀਂ, ਇਹ ਗਲਤ ਹੈ ਤੁਹਾਡਾ ਥੋੜ੍ਹਾ ਜਿਹਾ। ਕਿਸੇ ਬਾਰੇ ਸੁਣ ਕੇ ਉਹਦੇ ਬਾਰੇ ਦੱਸਣਾ ਨਹੀਂ ਹੈ, ਮਤਲਬ ਸਟ੍ਰੇਟ ਫਰੋਮ ਜਦੋਂ ਤੁਹਾਨੂੰ ਜਿਸ ਸੋਰਸ ਨੇ ਤੁਹਾਨੂੰ ਦੱਸਿਆ ਹੈ, ਠੀਕ ਹੈ, ਜਿਸ ਸੋਰਸ ਤੋਂ ਤੁਹਾਨੂੰ ਕੋਈ ਇਨਫੋਰਮੇਸ਼ਨ ਹੈਗੀ ਹੈ ਉਹਦੇ ਬਾਰੇ ਕੋਈ ਬੰਦਾ ਹੋਰ ਇਨਫੋਰਮੇਸ਼ਨ ਬਣਾ ਰਿਹਾ ਹੋਵੇ, ਤੁਸੀਂ ਉਹਨੂੰ ਬੰਦੇ ਨੂੰ ਕਹਿ ਸਕਦੇ ਕਿ ਮੈਂ ਨਹੀਂ ਮੈਨੂੰ ਇਸ ਚੀਜ਼ ਬਾਰੇ ਪਤਾ ਹੈ, ਠੀਕ ਹੈ, ਬਿਕੋਜ਼ ਆਈ ਹੈਵ ਗੋਟਨ ਟੂ ਨੋ ਇਟ ਸਟ੍ਰੇਟ ਫਰੋਮ ਦ ਹਾਰਸਸ ਮਾਊਥ। ਜਿਸ ਬੰਦੇ ਬਾਰੇ ਉਹ ਬੰਦਾ ਗਲਤ ਬੋਲ ਰਿਹਾ ਤਾਂ ਉਹਨੇ ਹੀ ਜੇ ਦੱਸਿਆ ਹੋਵੇ, ਠੀਕ ਹੈ। ਫਰੋਮ ਅ ਰਿਲਾਇਬਲ ਸੋਰਸ, ਰਿਲਾਇਬਲ ਦਾ ਮਤਲਬ ਕਿਆ ਹੁੰਦਾ ਹੈ? ਵਿਸ਼ਵਾਸ ਪਾਤਰ, ਜਿੱਤੇ ਵਿਸ਼ਵਾਸ ਕੀਤਾ ਜਾ ਸਕਦਾ, ਠੀਕ ਹੈ। I have heard it from the straight from the horse's mouth that like what is going to happen। मतलब सपोज कर लो प्राइम मिनिस्टर ने कोई डिसीजन लेना, तो मतलब कोई बंदा बोल रहा है कि प्राइम मिनिस्टर ਤਾਂ ਗਲਤ डिसीजन ਲੈ ਰਿਹਾ, ਪ੍ਰਾਈਮ ਮਿਨਿਸਟਰ ਨੂੰ ਪਤਾ ਨਹੀਂ ਹੈ, ਬਟ ਤੁਹਾਨੂੰ ਪਤਾ ਪ੍ਰਾਈਮ ਮਿਨਿਸਟਰ ਨੇ ਕੁਛ ਹੋਰ डिसीजन ਲਿਆ, then you can say to that person no I believe that you are wrong here, the prime minister has said something in the favor of this or that because I have heard it from his own mouth itself, mean to say that straight from the mouth of the horse, ठीक है। हॉर्स अराउंड ਦਾ ਮਤਲਬ ਹੋ ਗਿਆ ਬੇਲੇ ਘੁੰਮਣਾ, ਜਿੱਦਾਂ ਮਤਲਬ ਏਮਲੈਸਲੀ ਘੁੰਮਣਾ, ਠੀਕ ਹੈ। ਕੈਟ ਗॉट योर टंग, ਕੁਐਸਚਨ ਮਾਰਕ ਲਿਖਿਆ ਉਹਨਾਂ ਨੇ, ਕਹਿਣ ਦਾ ਪਾ ਹੈਜ਼ ਦਾ ਕੈਟ ਗॉट योर टंग। ਹਾਂ ਜਦੋਂ ਕੋਈ ਜਵਾਬ ਨਾ ਦਿੰਦਾ ਹੋਵੇ ਉਹਨੂੰ ਕਹਿ ਸਕਦੇ ਤੁਸੀਂ, ਠੀਕ ਹੈ। ਕਾਂਟ ਯੂ ਟਾਕ, ਤਾਂ ਫਿਰ ਉੱਥੇ ਤੁਸੀਂ ਪੁੱਛ ਸਕਦੇ ਹੋ। ਸਮਝ ਗਏ? ਚਲੋ, ਇਹ ਹੋ ਗਿਆ ਸਾਡਾ ਮਤਲਬ ਪਹਿਲਾ ਸੈਕਸ਼ਨ। ਦੂਸਰਾ ਸੈਕਸ਼ਨ ਆਪਾਂ ਕੱਲ੍ਹ ਨੂੰ ਕਰਾਂਗੇ ਜਾਂ ਫਿਰ ਜਦ ਵੀ ਟਾਈਮ ਲੱਗੇਗਾ ਉਦੋਂ ਕਰਾਂਗੇ।